Please subscribe to our YouTube channel and press the bell icon for the latest updates. प्रोग्राम ਨਾਲ जुड़े दर्शकों का बहुत बहुत स्वागत। सब तो पहला प्यार ते सत्कार नाल सत श्री अकाल। ਅੱਜ ਆਪਾਂ ਪੰਜਾਬ ਫਾਰਮਰ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਕਿ ਜਿਹੜੇ ਮਾਡਲ ਹੁਣ ਚੱਲ ਰਿਹਾ ਖੇਤੀ ਦਾ, ਜਿਹੜਾ ਹਰੀ ਕ੍ਰਾਂਤੀ ਤੋਂ ਬਾਅਦ ਆਇਆ ਤੇ ਹੁਣ ਹੈ ਜਿਹੜਾ ਉਹ ਨਾ ਤਾਂ ਆਪਦੀ ਆਮਦਨ ਨੂੰ ਉੱਪਰ ਚੱਕਣ 'ਚ ਕਾਮਯਾਬ ਹੋ ਰਿਹਾ ਤੇ ਨਾ ਉਹ ਕੁਦਰਤ ਦਾ ਸੁਮੇਲ ਹੈ। ਇਹ ਦੋਵੇਂ ਚੀਜ਼ਾਂ ਸਾਡੇ ਲਈ ਜਿਹੜੀਆਂ ਜੋ ਖਤਰਨਾਕ ਹੈ, ਕਿਉਂਕਿ ਕੁਦਰਤ ਨਾਲ ਦੂਰ ਹੁੰਦੇ ਜਾ ਰਹੇ ਹਾਂ ਤੇ ਆਮਦਨਾਂ ਸਾਡੀਆਂ ਉੱਥੇ ਖੜ ਗਈਆਂ। ਜ਼ਹਿਰ ਮੁਕਤ ਅਸੀਂ ਹਾਂ ਜੀ, ਉਹ ਖਾ ਪੀ ਨਹੀਂ ਰਹੇ। ਸੋ ਕੀ ਹੋਵੇਗਾ, ਕੀ ਅਲਟਰਨੇਟਿਵ ਹੈ, ਕੀ ਹੋਰ ਭਵਿੱਖ ਦੇ ਵਿੱਚ ਚਾਂਸਸ ਹੈ? ਭਵਿੱਖ ਸਾਡਾ ਧੁੰਦਲਾ ਤਾਂ ਨਹੀਂ, ਕਿਉਂਕਿ ਸਾਡੇ ਪੁਰਖਿਆਂ ਨੇ ਤਾਂ ਕਿਹਾ ਸੀ ਕਿ ਖੇਤੀ ਹੈ ਜਿਹੜੀ ਉੱਤਮ ਹੈ। ਕੁਦਰਤ ਤੇ ਖੇਤੀ ਹੈ ਜਿਹੜੀ ਜਾਂ ਬ੍ਰਹਿਮੰਡ ਹੈ ਉਹ ਸਾਡੇ ਸਰੀਰ ਵਰਗਾ ਹੀ ਹੈ। ਤਾਂ ਕੀ ਸਾਡੇ ਪੁਰਖਿਆਂ ਦੀ ਜਿਹੜੀ ਕਹੀ ਗੱਲ ਹੈ ਉਹ ਵੱਖਰੀ ਸੀ? ਕੀ ਅਸੀਂ ਵਿੱਚ ਦੀ ਜਿਹੜੀ ਹੈ ਜੀ ਪਦਾਰਥਵਾਦੀ ਦੌੜ ਦੇ ਵਿੱਚ ਪੈ ਗਏ ਹਾਂ? ਪਰ ਹੋਵੇਗਾ ਕੀ, ਕਰਨਾ ਕੀ ਹੋਵੇਗਾ, ਇਸ ਵਿਸ਼ੇ 'ਤੇ ਅੱਜ ਗੱਲਬਾਤ ਕਰਾਂਗੇ। ਮੈਂ ਸੋਹਣਗੜ੍ਹ ਆਇਆ, ਕਮਲਜੀਤ ਹੇਅਰ ਜਿਹੜੇ ਸਾਡੇ ਅੱਜ ਮਹਿਮਾਨ ਹੈ ਉਹਨਾਂ ਤੋਂ ਜਾਣਾਂਗੇ, ਕਿਉਂਕਿ ਕਾਲਾ ਕੋਟ ਲਾ ਕੇ ਉਹਨਾਂ ਨੇ ਖੇਤੀ ਸ਼ੁਰੂ ਕੀਤੀ। 8 ਸਾਲ ਦਾ ਸਫ਼ਰ ਹੋ ਗਿਆ। ਬਹੁਤ ਵਕਤ ਦੇ ਸਮਾਜ ਦੇ ਆਲੇ ਦੁਆਲੇ ਦੇ ਥਪੇੜੇ ਜਿਹੜੇ ਆ ਜੀ ਉਹਨਾਂ ਨੇ ਸਹੇ ਹੈ। ਅਤੇ ਜਿਹੜਾ ਬੰਦਾ ਥਪੇੜੇ ਸਹਿੰਦਾ, ਉਹਨਾਂ ਨੇ ਇੱਕ ਵਾਰ ਕਿਹਾ ਵੀ ਸੀ ਕਿ ਜਿਹੜਿਆਂ ਦੀ ਅੰਦਰ ਹਿੰਮਤ ਹੈ ਪੈਰਾਂ 'ਤੇ ਜ਼ਖਮ ਸਹਿਣ ਦੀ ਜਾਂ ਕਰਵਾਉਣ ਦੀ, ਉਹੀ ਜਿਹੜਾ ਜੀ ਇਤਿਹਾਸ ਬਣਾਉਂਦੇ ਨੇ, ਜਾਂ ਉਹੀ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਕਿਉਂਕਿ ਮੱਲਮ ਲਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਆ, ਪਰ ਪੈਰਾਂ 'ਤੇ ਜ਼ਖਮਾਂ ਦਾ ਹੌਸਲਾ ਜਿਹੜਾ ਉਹ ਘੱਟ ਬੰਦਿਆਂ ਦੇ ਹਿੱਸੇ ਆਉਂਦਾ। ਆਓ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਮਲਜੀਤ ਜੀ, ਪਹਿਲੀਆਂ ਗੱਲਾਂ ਦਾ ਤਾਂ ਮੈਂ ਪਹਿਲਾਂ ਜ਼ਿਕਰ ਵੀ ਕਰਤਾ ਕਿ ਤੁਸੀਂ ਵਕਾਲਤ ਛੱਡੀ, 8 ਸਾਲ ਹੋ ਗਏ। 5 ਸਾਲ ਪਹਿਲਾਂ 5 ਸਾਲ ਜਿਹੜੇ ਵੀ ਖਿੱਤੇ 'ਚ ਬੰਦਾ ਚਲੇ ਜਾਵੇ ਉਹ 'ਚ ਭਲੀ ਭਾਤੀ ਹੋ ਜਾਂਦਾ। ਪਹਿਲੇ 3 ਸਾਲ ਭੱਜਣ ਵਾਲੇ ਹੁੰਦੇ ਆ ਅਤੇ ਬਹੁਤ ਲੰਬੀ ਕਤਾਰ ਹੈ ਭੱਜਣ ਵਾਲਿਆਂ ਦੀ ਵੀ, ਭਜਾਉਣ ਵਾਲਿਆਂ ਦੀ ਵੀ ਬਹੁਤ ਲੰਬੀ ਕਤਾਰ ਹੈ। 8 ਸਾਲ ਬਾਅਦ ਕਮਲਜੀਤ ਹੇਅਰ ਆਪਣੇ ਆਪ ਨੂੰ ਕਿਵੇਂ ਦੇਖਦਾ, ਕਾਲਾ ਕੋਟ ਪਾਸੇ ਰੱਖਣ ਤੋਂ ਬਾਅਦ? ਇਹਨਾਂ 8 ਸਾਲਾਂ ਦੇ ਵਿੱਚ ਮੈਂ ਬਹੁਤ ਕੁਝ ਸਿੱਖਿਆ ਹੈਗਾ ਜੀ। ਮੈਂ ਜਦੋਂ ਆਇਆ ਸੀਗਾ ਇਸ ਫੀਲਡ ਦੇ ਵਿੱਚ ਤਾਂ ਸਿਰਫ ਕੋਰਾ ਕਾਗਜ਼ ਸੀ, ਮੈਨੂੰ ਕੁਝ ਪਤਾ ਨਹੀਂ ਸੀਗਾ। ABC ਨਹੀਂ ਪਤਾ ਸੀ ਖੇਤੀ ਦੀ, ਖੇਤੀ ਕੀ ਹੁੰਦੀ ਹੈ। ਮੈਨੂੰ ਤਾਂ ਕੁਦਰਤੀ ਖੇਤੀ, ਆਰਗੈਨਿਕ ਖੇਤੀ ਦਾ ਬਹੁਤ ਵੱਡੀ ਗੱਲ ਹੈ। ਮੈਨੂੰ ਤਾਂ ਦੂਸਰੀ ਖੇਤੀ ਦਾ ABC ਨਹੀਂ ਪਤਾ ਨਹੀਂ ਸੀਗੀ। ਮੈਂ ਆਇਆ ਸੀ ਉਦੋਂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਦੇ ਆਸਰੇ ਦੇ ਉੱਪਰ, ਕਿ ਉਹਨਾਂ ਦਾ ਸਿਰ 'ਤੇ ਹੱਥ ਹੈਗਾ ਅਤੇ ਸਭ ਕੁਛ ਉਹਨਾਂ ਨੇ ਕਰਨਾ ਹੈਗਾ। ਮੈਂ ਤਾਂ ਉਹਨਾਂ ਦੇ ਜੋ ਫੈਸਲੇ ਉਹਨੂੰ ਐਗਜ਼ੀਕਿਊਟ ਕਰਨਾ ਹੈਗਾ, ਮੈਨੂੰ ਗਾਈਡੈਂਸ ਮੇਰੀ ਸਭ ਉਹਨਾਂ ਦੀ ਹੋਣੀ ਹੈ। ਤਾਂ ਅਨਫੋਰਚੂਨੇਟਲੀ ਮਾੜੀ ਕਿਸਮਤ ਮੇਰੀ ਕਿ ਡਾਕਟਰ ਰੁਪੇਲਾ ਦਾ ਸਾਥ ਪਹਿਲੇ 2 ਸਾਲਾਂ 'ਚ ਛੁੱਟ ਗਿਆ। ਉਸ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਯਤੀਮ ਹੋ ਗਿਆ। ਹੁਣ ਕੀ ਕਰਾਂ, ਕਿੱਧਰ ਨੂੰ ਜਾਵਾਂ? ਅਤੇ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ। ਅਤੇ ਮੇਰੇ ਕੋਲ ਜਿਹੜੀ ਜ਼ਮੀਨ ਦੇ ਵਿੱਚ ਮੈਂ ਸਟਾਰਟ ਕੀਤਾ ਹੈਗਾ, ਪੰਜਾਬ ਦੇ ਵਿੱਚ ਕੁਦਰਤੀ ਖੇਤੀ ਵਾਲੇ ਕਿਸਾਨਾਂ ਦੇ ਵਿੱਚ ਸਭ ਤੋਂ ਮਾੜੀ ਜ਼ਮੀਨ ਮੇਰੇ ਕੋਲੇ ਸੀ। ਜਦੋਂ ਦੇਖਦੇ ਸੀ ਤਾਂ ਰੇਤੇ ਦੇ ਕਣ ਚਮਕਦੇ ਸੀ, ਰੇਤਲੀ ਜ਼ਮੀਨ ਸੀ ਮੇਰੇ ਕੋਲ। ਸਾਰੇ ਖੇਤ ਦੇ ਵਿੱਚ ਇੱਕ ਵੀ ਰੁੱਖ ਨਹੀਂ ਸੀ ਜਿਹਦੇ ਮੈਂ ਛਾਵੇਂ ਬੈਠ ਸਕਦਾ ਸੀ। ਇੰਨੇ ਮਾੜੇ ਹਾਲਾਤਾਂ ਦੇ ਵਿੱਚ ਜਦੋਂ ਸ਼ੁਰੂ ਕੀਤਾ ਆ ਕੇ, ਤਾਂ ਬੜਾ ਰਸਤਾ ਔਖਾ ਸੀ, ਬਹੁਤ ਭਿਆਨਕ ਔਖਾ ਰਸਤਾ ਸੀ ਮੇਰੇ ਲਈ। ਪਹਿਲੀਆਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਤਾਂ ਪਹਿਲੀਆਂ ਵੱਡੀਆਂ ਗਲਤੀਆਂ ਕੀ ਵੇਖਦੇ ਹੋ ਆਪਣੇ ਆਪ 'ਚ? ਗਲਤੀਆਂ ਇੱਕ ਤਾਂ ਬਹੁਤ ਵੱਡੇ ਤੋਂ ਸ਼ੁਰੂ ਕਰ ਲਿਆ ਸੀ। ਹਾਂ, ਇੱਕ ਤਾਂ ਮੈਂ ਇਹ ਪ੍ਰੋਜੈਕਟ ਬਹੁਤ ਵੱਡੇ ਲੈਵਲ 'ਤੇ ਸ਼ੁਰੂ ਕਰ ਲਿਆ। 20 ਏਕੜ ਦੇ ਵਿੱਚ ਪੰਗਾ ਲੈ ਲਿਆ। ਮੇਰੇ ਕੋਲ ਲੇਬਰ ਹੈ ਨਹੀਂ, ਪਰਿਵਾਰ ਦੀ ਸਪੋਰਟ ਨਹੀਂ ਹੈ, ਜ਼ਮੀਨ ਮਾੜੀ ਹੈ, ਡਾਕਟਰ ਰੁਪੇਲਾ ਦਾ ਸਾਥ ਛੁੱਟ ਗਿਆ, ਟੈਕਨੀਕਲ ਸਪੋਰਟ ਜਿਨ੍ਹਾਂ ਦੀ ਮੈਨੂੰ ਮਿਲਣੀ ਸੀ ਉਹ ਨਹੀਂ ਮਿਲ ਪਾਈ। ਕਾਫੀ ਗੱਲਾਂ ਰਲ ਗਈਆਂ, ਕੁਛ ਗੱਲਾਂ ਆਪਣੇ ਆਪ ਹੋ ਗਈਆਂ, ਮੇਰੇ ਵੱਸ ਵੀ ਨਹੀਂ ਸੀਗਾ। ਕੁਛ ਰਲ ਮਿਲ ਕੇ ਸਭ ਕੁਛ ਹਾਲਾਤ ਐਸੇ ਬਣਦੇ ਗਏ ਕਿ ਪੈਰ ਹੀ ਨਹੀਂ ਲੱਗਦੇ ਪਏ ਸੀ। ਪਹਿਲੇ 5 ਸਾਲ ਇੰਨਾ ਭਿਆਨਕ ਸਮਾਂ ਸੀ ਮੇਰੇ ਲਈ, ਇੰਨਾ ਕਸ਼ਟਪੂਰਵਕ ਸਮਾਂ ਸੀਗਾ। ਅੱਜ ਵੀ ਮੈਂ ਸੋਚਦਾ ਹੈਗਾ ਪਤਾ ਨਹੀਂ ਕੁਦਰਤ ਨੇ ਕਿਵੇਂ ਇੰਨੀ ਹਿੰਮਤ ਬਖਸ਼ੀ ਕਿ ਮੈਂ ਲੜਦਾ ਆਇਆ। ਤੁਸੀਂ ਤੁਹਾਡੇ ਖੇਤ ਦੇ ਵਿੱਚ 1 ਕਿਲੋ ਅਨਾਜ ਵੀ ਨਾ ਹੋਣਾ, ਕਿਲੋ ਦਾਣੇ ਵੀ ਨਾ ਹੋਣੇ। ਪਹਿਲੇ 5 ਸਾਲ ਮੇਰੇ ਹਾਲਾਤ ਇਹ ਸੀ। ਇੱਕ ਤਾਂ ਹੁੰਦਾ ਖੇਤ 'ਚੋਂ ਬਚਣਾ ਕੁਛ ਨਾ ਹੁੰਦਾ, ਇੱਕ ਖੇਤ ਤੁਹਾਡਾ ਪੱਲਿਓਂ ਲੈ ਕੇ ਜਾਵੇ, ਤਾਂ ਮੇਰੇ ਪੱਲਿਓਂ ਲੈ ਕੇ ਜਾਣ ਵਾਲੇ ਹਾਲਾਤ ਸੀ ਪਹਿਲੇ 5 ਸਾਲ। 5 ਸਾਲ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ, ਬਹੁਤ ਔਖਾ ਤੇ ਭਿਆਨਕ ਸਮਾਂ ਸੀ। ਤੁਸੀਂ ਬਹੁਤ ਔਖਾ ਸੀ ਕੰਮ। ਮੈਂ ਤੁਹਾਨੂੰ ਇਸੇ ਗੱਲ 'ਤੇ, ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਚੰਗੇ ਪੁਆਇੰਟ, ਪਲੱਸ ਪੁਆਇੰਟ ਕਿਹੜੇ ਸੀ ਜਿਹੜੇ ਤੁਹਾਨੂੰ ਇੱਥੋਂ ਤੱਕ ਲੈ ਆਏ? ਹਾਂ, ਮੈਂ ਪਹਿਲਾਂ ਉਹ ਦੱਸ ਦਿਆਂ ਕਿ ਇਹ ਕਮੀਆਂ ਕਿੱਥੇ ਰਹੀਆਂ। ਡਾਕਟਰ ਰੁਪੇਲਾ ਦੇ ਜਾਣ ਤੋਂ ਬਾਅਦ ਖੇਤੀ ਵਿਰਾਸਤ ਮਿਸ਼ਨ ਜਿਹੜਾ NGO ਸਾਡਾ ਸੀਗਾ, ਉਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਸੈਟਬੈਕ ਲੱਗੀ ਡਾਕਟਰ ਰੁਪੇਲਾ ਦੇ ਜਾਣ ਦੇ ਨਾਲ। ਡਾਕਟਰ ਰੁਪੇਲਾ ਇੱਕ ਐਸੇ ਬੰਦੇ ਸੀ ਜਿਹੜੇ ਇੰਟੈਗਰੇਟਿਡ ਮਾਡਲ ਦੀ ਗੱਲ ਕਰਦੇ ਸੀ। ਖੇਤੀ ਨੂੰ ਸਮਝਣ ਦੀ ਪਰਿਭਾਸ਼ਾ ਉਹਨਾਂ ਦੀ ਹੋਰ ਸੀ।
ਉਹਨਾਂ ਦੇ ਜਾਣ ਤੋਂ ਬਾਅਦ ਉਮਿੰਦਰ ਦੱਤ ਜੀ ਨੇ ਆਪਣੇ ਲੈਵਲ ਤੇ ਬਹੁਤ ਬੈਸਟ ਐਫਰਟਸ ਕੀਤੇ ਤੇ ਉਹਨਾਂ ਨੇ ਇੰਡੀਆ ਦੇ ਵਿੱਚੋਂ ਜੋ ਐਕਸਪਰਟ ਬੰਦੇ ਸੀ ਕੁਦਰਤੀ ਖੇਤੀ ਵਾਲੇ, ਉਹਨਾਂ ਨੂੰ ਪੰਜਾਬ ਲਿਆਂਦਾ, ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਪੇਸ਼ ਕੀਤਾ, ਉਹਨਾਂ ਨੂੰ ਰੱਖਿਆ ਸਾਹਮਣੇ ਤੇ ਕਿ ਸਾਨੂੰ ਦੱਸੋ ਅਸੀਂ ਇਸ ਮਾਡਲ ਨੂੰ ਕਿਵੇਂ ਖੋਜ ਕਰੀਏ ਪੰਜਾਬ ਦੇ ਕੰਟੈਕਸਟ ਦੇ ਵਿੱਚ ਐਗਰੀਕਲਚਰ ਦਾ ਮਾਡਲ, ਸਾਡਾ ਅਲਟਰਨੇਟਿਵ ਮਾਡਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਾਫੀ ਦਿਲੋਂ ਕੋਸ਼ਿਸ਼ਾਂ ਕੀਤੀਆਂ। ਪਰ ਅਨਫੋਰਚੂਨੇਟਲੀ ਜੋ ਵੀ ਐਕਸਪਰਟ ਸਾਡੇ ਕੋਲੇ ਆਉਂਦੇ ਰਹੇ ਉਹ ਸਾਰਿਆਂ ਨੇ ਕਿਸੇ ਨਾ ਕਿਸੇ ਐਕਟੀਵਿਟੀ 'ਤੇ ਜ਼ੋਰ ਦਿੱਤਾ। ਕਿਸੇ ਨੇ ਆ ਕੇ ਕਹਿਤਾ ਕਿ ਤੁਸੀਂ ਵੇਸਟ ਡੀਕੰਪੋਜ਼ਰ ਪਾ ਲਓ ਜੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ, ਕਿਸੇ ਹੋਰ ਨੇ ਆ ਕੇ ਕਹਿਤਾ ਕਿ ਤੁਸੀਂ ਜੀਵ ਅੰਮ੍ਰਿਤ ਪਾ ਲਓ ਤੁਹਾਡੇ ਮਸਲੇ ਹੱਲ ਹੋ ਜਾਣਗੇ, ਕਿਸੇ ਨੇ ਹੋਰ ਨੇ ਆ ਕੇ ਕਹਿਤਾ ਕਿ ਤੁਸੀਂ ਇਸ ਤਰ੍ਹਾਂ ਦੀ ਕੰਪੋਸਟ ਪਾ ਲਓ ਤੁਹਾਡੇ ਮਸਲੇ ਹੱਲ ਹੋ ਜਾਣਗੇ, ਕਿਸੇ ਨੇ ਕਹਿਤਾ ਕਿ ਤੁਸੀਂ ਬੈੱਡਾਂ ਦੇ ਖੇਤੀ ਕਰ ਲਓ ਤੁਹਾਡੇ ਮਸਲੇ ਹੱਲ ਹੋ ਜਾਣਗੇ। ਕਿਸੇ ਨਾ ਕਿਸੇ ਖਾਸ ਐਕਟੀਵਿਟੀ 'ਤੇ ਜ਼ੋਰ ਦਿੱਤਾ। ਉਹਨਾਂ ਨੇ ਸਿਸਟਮ ਦੀ ਗੱਲ ਨਹੀਂ ਕੀਤੀ ਕਿ ਤੁਹਾਡਾ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਇੰਟੈਗਰੇਟਿਡ ਮਾਡਲ ਦੀ ਗੱਲ ਨਹੀਂ ਕੀਤੀ, ਕਿਸੇ ਐਕਟੀਵਿਟੀ 'ਤੇ ਜ਼ੋਰ ਦਿੱਤਾ। ਮੈਂ ਵੀ ਉਹਨਾਂ ਨੂੰ ਫੋਲੋ ਕਰਦਾ ਰਿਹਾ। ਮੈਂ ਤਾਂ ਕੋਰਾ ਕਾਗਜ਼ ਸੀ, ਮੈਨੂੰ ਤਾਂ ਪਤਾ ਨਹੀਂ ਸੀ। ਮੈਨੂੰ ਤਾਂ ਕਿਸੇ ਨੇ ਇਹ ਗੱਲ ਕਹਿਤੀ ਆ ਕੇ ਕਿ ਤੁਸੀਂ ਬੈੱਡਾਂ ਦੇ ਬੀਜੋ, ਮੈਂ ਬੈੱਡਾਂ ਦੇ ਚੱਕਤੀ ਫੱਟੇ। ਕਿਸੇ ਨੇ ਆ ਕੇ ਕਹਤਾ ਕਿ ਕੰਪੋਸਟ ਪਾਓ ਤੁਹਾਡੇ ਮਸਲੇ ਹੱਲ ਹੋ ਜਾਣਗੇ, ਮੈਂ ਉਵੇਂ ਮਗਰ ਲੱਗ ਗਿਆ। ਮੈਂ ਤਾਂ ਉਹਨਾਂ ਦੇ ਮਗਰ ਲੱਗਦਾ ਗਿਆ। ਤਾਂ ਪਹਿਲੇ 5 ਸਾਲ ਮੇਰੇ ਜਿਹੜੇ ਸੀਗੇ ਆਰਗੈਨਿਕ ਪ੍ਰੀਚਰ ਜਿਹੜੇ ਬਾਬੇ ਸੀ ਬਾਹਰ ਤੋਂ ਆਉਂਦੇ ਸੀ, ਮੈਂ ਉਹਨਾਂ ਦੇ ਹਿਸਾਬ ਦੇ ਨਾਲ ਖੇਤੀ ਕਰਦਾ ਰਿਹਾ ਤੇ ਮੈਂ ਆਪਣੇ ਘਾਟੇ ਨੁਕਸਾਨ ਉਠਾਉਂਦਾ ਰਿਹਾ। ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਹੁਣ ਯਾਰ ਮੈਥੋਂ ਅੱਗੇ ਚੱਲਿਆ ਨਹੀਂ ਜਾਣਾ, ਹੁਣ ਹਾਲਾਤ ਬਹੁਤ ਭਿਆਨਕ ਹੋ ਗਏ। ਇਹ ਤੋਂ ਪਹਿਲਾਂ ਤਾਂ ਚੱਲ ਜਾਂਦਾ ਸੀ ਕਿ ਮੇਰੇ ਕੋਲ ਕੋਈ ਆਉਂਦਾ ਸੀ ਤਾਂ ਮੈਂ ਕਹਿ ਦਿੰਦਾ ਸੀ ਕਿ ਯਾਰ ਕੋਈ ਨਹੀਂ, ਸਮਾਂ ਲੱਗਦਾ ਹੈ ਖੜੇ ਹੋਣ ਦੇ ਉੱਤੇ। ਤੇ ਜਦੋਂ ਹੁਣ 5 ਸਾਲ ਬੀਤ ਗਏ ਤੇ ਖੇਤ 'ਚ ਤਾਂ ਕੱਖ ਵੀ ਨਹੀਂ ਹੋ ਰਿਹਾ ਤਾਂ ਮੈਂ ਹੁਣ ਕੀ ਜਵਾਬ ਦੇਵਾਂਗਾ। ਤਾਂ ਮੈਂ ਠੰਡੇ ਦਿਮਾਗ ਦੇ ਨਾਲ ਸੋਚਿਆ ਤੇ ਫਿਰ ਮੈਂ ਖੇਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਖੇਤੀ ਹੈ ਕੀ। ਮੈਂ ਜਦੋਂ ਖੇਤੀ ਨੂੰ ਠੰਡੇ ਦਿਮਾਗ ਦੇ ਨਾਲ ਬੈਠ ਕੇ ਸੋਚਦਾ ਹੈਗਾ, ਸਭ ਤੋਂ ਪਹਿਲਾਂ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਖੇਤੀ ਇੱਕ ਕੁਦਰਤੀ ਵਰਤਾਰਾ ਨਹੀਂ ਹੈ। ਜਦੋਂ ਵੀ ਕਿਸੇ ਟੁਕੜੇ ਦੇ ਉੱਪਰ ਬਾਰਿਸ਼ ਦੇ ਪਾਣੀ ਦੇ ਨਾਲ ਕੋਈ ਵੈਜੀਟੇਸ਼ਨ ਗਰੋ ਕਰਦੀ ਹੈ ਤਾਂ ਉਸ ਏਰੀਏ ਨੂੰ ਅਸੀਂ ਜੰਗਲ ਕਹਿੰਦੇ ਹਾਂ। ਕਿਸੇ ਹੋਰ ਟੁਕੜੇ ਦੇ ਉੱਪਰ ਅਸੀਂ ਪੈਦਾਵਾਰ ਲੈਣ ਦੇ ਲਈ ਕਿਸੇ ਵਨਸਪਤੀ ਨੂੰ ਉਗਾਉਂਦੇ ਹਾਂ ਤਾਂ ਉਸ ਟੁਕੜੇ ਨੂੰ ਖੇਤ ਕਹਿੰਦੇ ਆ। ਸੋ ਪੈਦਾਵਾਰ ਸਾਨੂੰ ਖੇਤ 'ਚੋਂ ਵੀ ਮਿਲਦੀ ਹੈ ਤੇ ਪੈਦਾਵਾਰ ਸਾਨੂੰ ਜੰਗਲ 'ਚੋਂ ਵੀ ਮਿਲਦੀ ਹੈ, ਪਰ ਬੇਸਿਕ ਫਰਕ ਇਹ ਹੈਗਾ ਕਿ ਉੱਥੇ ਵੈਜੀਟੇਸ਼ਨ ਆਪਣੇ ਆਪ ਸੋ ਮੋਟੋ ਉਗਦੀ ਹੈ, ਆਪਣੇ ਆਪ ਉਗਦੀ ਹੈ। ਇੱਥੇ ਅਸੀਂ ਪੈਦਾਵਾਰ ਲੈਣ ਦੇ ਲਈ ਵਨਸਪਤੀ ਉਗਾਉਂਦੇ ਹਾਂ। ਸੋ ਫਿਰ ਖੇਤੀ ਜਿਹੜੀ ਉੱਥੇ ਐਕਟੀਵਿਟੀ ਕਰਦੇ ਆ ਉਹ ਖੇਤੀ ਹੈ। ਸੋ ਖੇਤੀ ਕਦੇ ਵੀ ਕੁਦਰਤੀ ਵਰਤਾਰਾ ਹੋ ਨਹੀਂ ਸਕਦਾ, ਖੇਤੀ ਹਮੇਸ਼ਾ ਗੈਰ ਕੁਦਰਤੀ ਵਰਤਾਰਾ ਹੋਊਗਾ। ਤੇ ਫਿਰ ਅਸੀਂ ਕਹਿਣ ਨੂੰ ਤਾਂ ਕੁਦਰਤੀ ਖੇਤੀ ਕਹਿ ਦਿੰਦੇ, ਮੈਂ ਵੀ ਕਹਿੰਦਾ ਕਿ ਮੈਂ ਕੁਦਰਤੀ ਖੇਤੀ ਕਰਦਾ। ਤਾਂ ਕੁਦਰਤੀ ਖੇਤੀ ਸਿਰਫ ਇੱਕ ਨਾਮਕਰਨ ਹੈ, ਇਸ ਪੱਧਤੀ ਦਾ ਨਾਮਕਰਨ ਹੈ ਜਿਹੜੀ ਪੱਧਤੀ ਦੇ ਨਾਲ ਮੈਂ ਖੇਤੀ ਕਰ ਰਿਹਾ। ਕੁਦਰਤੀ ਤੇ ਖੇਤੀ ਦੋਨੋਂ ਆਪੋਜ਼ਿਟ ਵਰਡ ਨੇ। ਤਾਂ ਫਿਰ ਮੈਂ ਸਮਝਿਆ ਕਿ ਖੇਤੀ ਇੱਕ ਗੈਰ ਕੁਦਰਤੀ ਵਰਤਾਰਾ ਹੈ। ਤਾਂ ਫਿਰ ਐਗਰੀਕਲਚਰ ਹੈ। ਹਾਂ, ਐਗਰੀ ਤੇ ਕਲਚਰ ਦੋਵੇਂ ਚੀਜ਼ਾਂ ਇਕੱਠੀਆਂ। ਹਾਂ, ਤਾਂ ਖੇਤੀ ਗੈਰ ਕੁਦਰਤੀ ਵਰਤਾਰਾ ਹੈ। ਇਸ ਤੱਕ ਮੈਂ ਪਹੁੰਚਿਆ ਸੀ। ਸੋ ਹੁਣ ਫਿਰ ਕੁਦਰਤੀ ਖੇਤੀ ਜਿਹੜੀ ਮੈਂ ਕਰਦਾ ਇਹਦੀ ਪੱਧਤੀ ਕੀ ਹੈ। ਫਿਰ ਮੈਂ ਦੇਖਿਆ ਯਾਰ ਵੀ ਖੇਤ ਦੇ ਵਿੱਚ ਪ੍ਰੋਡਕਸ਼ਨ ਕਿਉਂ ਨਹੀਂ ਹੋ ਰਹੀ। ਮੈਂ ਕਹਿੰਦਾ ਕਿ ਮੈਂ ਕੁਦਰਤੀ ਖੇਤੀ ਕਰਦਾ ਤੇ ਕੁਦਰਤੀ ਖੇਤੀ ਦੇ ਵਿੱਚ ਮੈਂ ਕੁਦਰਤ ਦੇ ਜਿਹੜਾ ਸਿਸਟਮ ਨੂੰ ਕਾਪੀ ਕਰਨਾ, ਮੈਂ ਤਾਂ ਉਸ ਸਿਸਟਮ ਨੂੰ ਕਾਪੀ ਕਰਨਾ। ਕੁਦਰਤ ਦਾ ਸਿਸਟਮ ਕਿੱਥੇ ਹੈ ਉਹਨੂੰ ਸਮਝ ਗਏ ਸੀ। ਉਹ ਹੈਗਾ ਜਿੱਥੇ ਹਿਊਮਨ ਇੰਟਰਫੀਰੈਂਸ ਨਹੀਂ ਹੈ, ਜੰਗਲ ਹੈ। ਇੱਕ ਜੰਗਲ ਨੂੰ ਦੇਖਦਾ ਮੈਂ, ਆਪਣੀ ਜਿੰਨੀ ਕੁ ਮੇਰੀ ਸਮਝ ਸੀ ਮੈਂ ਆਪਣੀ ਸਮਝ ਦੇ ਮੁਤਾਬਕ ਮੈਂ ਜੰਗਲ ਨੂੰ ਮਹਿਸੂਸ ਕੀਤਾ ਕਿ ਜੰਗਲ 'ਚ ਕੀ ਕੁਛ ਹੋਊਗਾ। ਮੈਂ ਸਮਝਿਆ ਕਿ ਯਾਰ ਜੰਗਲ ਦੇ ਵਿੱਚ 2 ਤਰ੍ਹਾਂ ਦੀ ਵਨਸਪਤੀ ਹੁੰਦੀ ਹੈ। ਇੱਕ ਤਾਂ ਵਨਸਪਤੀ ਉਹ ਹੈ ਜਿਹੜੀ ਹਰ ਸਾਲ ਉਗਦੀ ਹੈ ਤੇ ਹਰ ਸਾਲ ਖਤਮ ਹੋ ਜਾਂਦੀ ਹੈ, ਜਿਹਨੂੰ ਅਸੀਂ ਐਨੂਅਲਸ ਬੋਲਦੇ ਹਾਂ। ਇੱਕ ਉਹ ਵਨਸਪਤੀ ਹੈ ਜਿਹੜੀ ਇੱਕ ਵਾਰ ਉਗਦੀ ਹੈ ਤੇ ਲੰਬਾ ਸਮਾਂ ਚੱਲਦੀ ਹੈ, ਜਿਹਨੂੰ ਅਸੀਂ ਪੈਰੀਨੀਅਲਸ ਬੋਲਦੇ ਹਾਂ। ਐਨੂਅਲਸ ਤੇ ਪੈਰੀਨੀਅਲਸ ਮੋਟੇ ਤੌਰ ਤੇ ਕਹਿ ਦਈਏ ਫਸਲਾਂ, ਨਦੀਨ ਅਤੇ ਰੁੱਖ, 2 ਤਰ੍ਹਾਂ ਦੀ ਵਨਸਪਤੀ ਹੈ ਤੇ 3 ਤਰ੍ਹਾਂ ਦਾ ਉੱਥੇ ਜੀਵ ਜਗਤ ਹੈ। ਇੱਕ ਤਾਂ ਜੀਵ ਜਗਤ ਉਹ ਜਿਹੜਾ ਧਰਤੀ ਦੇ ਵਿੱਚ ਰਹਿੰਦੇ ਆ, ਮਾਈਕਰੋਬਸ ਹੈਗੇ ਆ ਜਿਨ੍ਹਾਂ ਨੂੰ ਸੂਖਮ ਅੱਖ ਨਾਲ ਅਸੀਂ ਬਹੁਤਿਆਂ ਨੂੰ ਨਹੀਂ ਦੇਖ ਸਕਦੇ। ਇੱਕ ਉਹ ਜੀਵ ਆ ਜਿਹੜੇ ਧਰਤੀ ਦੇ ਉੱਪਰ ਤੁਰੇ ਫਿਰਦੇ ਆ, ਕੁੱਤੇ, ਬਿੱਲੀਆਂ, ਮੱਝਾਂ, ਗਾਵਾਂ ਜਿਹੜੇ ਉੱਤੇ ਤੁਰੇ ਫਿਰਦੇ ਆ। ਤੀਸਰੇ ਜੀਵ ਉਹ ਆ ਜਿਹੜੇ ਤੋਂ ਥੋੜ੍ਹੇ ਜਿਹੇ ਉੱਪਰ ਹੈਗੇ ਆ, ਜਿਹੜੇ ਉੱਡਦੇ ਆ। ਪੰਛੀ ਜਗਤ ਆ ਗਿਆ ਜਿੰਨਾ ਸਾਰਾ, ਮੱਖੀਆਂ ਆ ਗਈਆਂ ਸਾਰੀਆਂ। ਇਹ 3 ਤਰ੍ਹਾਂ ਦੇ ਜੀਵ ਹੈ ਤੇ 2 ਤਰ੍ਹਾਂ ਦੀ ਵਨਸਪਤੀ ਹੈ ਮੋਟੇ ਤੌਰ ਦੇ ਉੱਪਰ। ਹੁਣ ਇਹ ਜਿਹੜੇ 3 ਤਰ੍ਹਾਂ ਦੇ ਜੀਵ ਹੈ ਇਹਨਾਂ ਦੀ ਜਿਹੜੀ ਖੁਰਾਕ ਹੈ ਇਹ 2 ਤਰ੍ਹਾਂ ਦੀ ਵਨਸਪਤੀ ਹੈ, ਚਾਹੇ ਤਾਂ ਡਾਇਰੈਕਟਲੀ ਚਾਹੇ ਤਾਂ ਇਨਡਾਇਰੈਕਟਲੀ। ਚਾਹੇ ਤਾਂ ਇੱਕ ਬਿੱਲੀ ਚੂਹੇ ਨੂੰ ਖਾਂਦੀ ਹੈ ਤੇ ਚੂਹਾ ਘਾਹ ਖਾਂਦਾ ਹੈ, ਤੇ ਚਾਹੇ ਸਿੱਧੀ ਬੱਕਰੀ ਇੱਕ ਘਾਹ ਖਾਂਦੀ ਹੈ। 3 ਤਰ੍ਹਾਂ ਦੇ ਜੀਵਾਂ ਦੀ ਖੁਰਾਕ ਵਨਸਪਤੀ ਹੈ, 2 ਤਰ੍ਹਾਂ ਦੀ। ਤੇ ਕੁਦਰਤ ਦਾ ਸੰਬੰਧ ਦੇਖੋ, ਸਾਈਕਲ ਦੇਖੋ, ਉੱਥੇ ਇਕੋਲੋਜੀ ਦਾ ਸਾਈਕਲ ਕਿੱਡਾ ਸੋਹਣਾ ਬਣਿਆ ਹੋਇਆ ਕਿ ਜਿਹੜੇ ਇਹ 2 ਤਰ੍ਹਾਂ ਦੀ ਵਨਸਪਤੀ ਹੈ ਇਹਨਾਂ ਦੀ ਜਿਹੜੀ ਖੁਰਾਕ ਹੈ ਇਹ 3 ਤਰ੍ਹਾਂ ਦੇ ਜੀਵਾਂ ਦਾ ਮਲ ਮੂਤਰ ਹੈ ਜੀ। ਠੀਕ ਹੈ, ਚਾਹੇ ਤਾਂ ਬੱਕਰੀ ਦੀਆਂ ਮਿੰਗਣਾਂ ਨੇ, ਚਾਹੇ ਤਾਂ ਮਨੁੱਖ ਦਾ ਮਲ ਮੂਤਰ ਹੈ, ਚਾਹੇ ਤਾਂ ਗੜੋਏ ਦੀਆਂ ਮਿੰਗਣਾਂ ਨੇ। ਇਹ 3 ਤਰ੍ਹਾਂ ਦੇ ਜੀਵਾਂ ਦੀਆਂ ਜਿਹੜੀਆਂ ਮਲ ਮੂਤਰ ਹੈ ਇਹ ਵਨਸਪਤੀ ਦੀ ਖੁਰਾਕ ਹੈ। ਤਾਂ ਫਿਰ ਇਹ ਤੋਂ ਇੱਕ ਫਾਰਮੂਲਾ ਨਿਕਲਿਆ ਆ ਕਿ ਜਿੱਥੇ ਤੁਹਾਡੀ ਵਨਸਪਤੀ ਤਕੜੀ ਹੈ ਉੱਥੇ ਤੁਹਾਡਾ ਲਾਈਫ ਸਟਾਕ ਜਿਹੜਾ ਪਸ਼ੂ ਧਨ ਜੀਵ ਜਗਤ ਹੈ ਉਹ ਤਕੜਾ ਹੋਊਗਾ, ਤੇ ਜਿੱਥੋਂ ਦਾ ਪਸ਼ੂ ਧਨ ਤਕੜਾ ਹੈ
ਉੱਥੋਂ ਦੀ ਵਨਸਪਤੀ ਤਕੜੀ ਹੋਊਗੀ। ਦੋ ਉਦਾਹਰਨਾਂ ਨਾਲ ਇਹਨੂੰ ਹੋਰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਕਿਸੇ ਆਪਣੇ ਪਿੰਡ ਦੇ ਨੇੜੇ ਕਿਤੇ ਦੇਖ ਲਓ ਕਿਸੇ ਐਸੀ ਜਗ੍ਹਾ ਜਿੱਥੇ ਕੋਈ ਪੁਰਾਣੀ ਝਿੜੀ ਲੱਗੀ ਹੋਈ ਹੈ, ਪੁਰਾਣੇ ਰੁੱਖ, ਸੰਘਣੇ ਰੁੱਖ ਹੈ, ਕਿਸੇ 1 ਏਕੜ ਸਪੋਜ਼ ਕਰ ਲਓ 1 ਏਕੜ ਦੇ ਵਿੱਚ ਰੁੱਖ ਲੱਗੇ ਆ ਬਹੁਤ ਸੰਘਣੇ, ਉੱਥੇ ਵੈਜੀਟੇਸ਼ਨ ਹੁਣ ਬਹੁਤ ਤਕੜੀ ਹੈ। ਉਸ ਏਰੀਏ ਦੇ ਵਿੱਚ ਜਾ ਕੇ ਤੁਸੀਂ ਉੱਥੇ ਮਨਿਊਟਲੀ ਉਹਨੂੰ ਅਬਜ਼ਰਵ ਕਰਿਓ ਜੇ, ਉੱਥੇ ਕਿਰਲੀਆਂ ਦੀਆਂ ਪ੍ਰਜਾਤੀਆਂ, ਉੱਥੇ ਥੱਲੇ ਗਡੋਏ, ਉੱਥੇ ਜੀਵ ਪੰਛੀ, ਬਹੁਤ ਤਰ੍ਹਾਂ ਦਾ ਜੀਵ ਜਗਤ ਹੋਊਗਾ, ਕਿਉਂਕਿ ਵੈਜੀਟੇਸ਼ਨ ਤਕੜੀ ਹੈ ਤਾਂ ਜੀਵ ਜਗਤ ਵੀ ਉੱਥੇ ਤਕੜਾ ਹੋਊਗਾ। ਹੁਣ ਇਹਦੀ ਉਲਟ ਉਦਾਹਰਨ ਹੈ, ਤੁਸੀਂ ਇੱਕ ਪਿੰਡ ਨੂੰ ਲੈ ਲਓ, ਮੈਂ ਆਪਣੇ ਪਿੰਡ ਨੂੰ ਲੈ ਲੈਣਾ। ਮੇਰੇ ਪਿੰਡ ਦੀ ਜੇਕਰ 2500 ਏਕੜ ਰਕਬਾ ਹੈ ਤੇ ਜੇ ਮੰਨ ਲਓ 2500 ਦੀ ਪਾਪੂਲੇਸ਼ਨ ਹੈ, 1 ਏਕੜ ਦੇ ਵਿੱਚ ਇੱਕ ਬੰਦਾ ਆਇਆ ਤਾਂ ਉਹ ਸਾਰੇ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਪਿੰਡ ਵਸਾ ਲਿਆ, ਇੱਕ ਥਾਂ ਤੇ ਰਹਿਣ ਲੱਗ ਪਏ। ਉਹ 10 ਏਕੜ ਦੇ ਵਿੱਚ ਉਹਨਾਂ ਨੇ ਸਾਰੇ ਘਰ ਬਣਾ ਲਏ। ਹੁਣ ਉਹ ਸਾਰੀ ਪਾਪੂਲੇਸ਼ਨ ਸੰਘਣੀ ਹੋ ਗਈ ਇੱਕ ਥਾਂ ਤੇ, ਨਾਲ ਉਹਨਾਂ ਨੇ ਪਸ਼ੂ ਧਨ ਵੀ ਰੱਖ ਲਿਆ, ਕੁੱਤੇ ਵੀ ਰੱਖੇ ਹੋਏ ਆ ਉਹਨਾਂ ਕੋਲੇ, ਪਸ਼ੂ ਗਾਵਾਂ ਮੱਝਾਂ ਬੱਕਰੀਆਂ ਵੀ ਰੱਖੀਆਂ ਹੋਈਆਂ, ਤਾਂ ਇੱਕ ਥਾਂ ਦੇ ਉੱਤੇ ਕੰਸਨਟਰੇਟ ਹੋ ਗਿਆ ਜੀਵ ਜਗਤ। ਹੁਣ ਇਹਦੀ ਜਿਹੜੇ ਨਾਲ ਇਹਦੀ ਆਊਟਸਕਰਟਸ ਦੇ ਵਿੱਚ ਜਿਹੜੀਆਂ ਇਹਦੇ ਨਾਲ ਦੇ ਐਡਜੋਇਨਿੰਗ ਜਿਹੜੀ ਲੈਂਡ ਹੈ ਉਹ ਜ਼ਿਆਦਾ ਫਰਟਾਈਲ ਹੋਊਗੀ। ਇਸੇ ਕਰਕੇ ਸਾਡੇ ਕਹਿੰਦੇ ਕਿ ਨਿਆਈਆਂ ਦੀਆਂ ਜ਼ਮੀਨਾਂ ਤਕੜੀਆਂ ਹੁੰਦੀਆਂ ਸੀ, ਕਿਉਂਕਿ ਇਹਨਾਂ ਦਾ ਮਲ ਮੂਤਰ ਉਹਨੇ ਜਾਣਾ। ਤਾਂ ਜਿੱਥੋਂ ਦਾ ਜੀਵ ਜਗਤ ਤਕੜਾ ਉੱਥੋਂ ਦੀ ਵਨਸਪਤੀ ਤਕੜੀ, ਜਾਨੀ ਇਹ ਥਿਊਰੀ। ਅੱਛਾ, ਹੁਣ ਤੁਸੀਂ ਖੇਤ ਨੂੰ ਕਿਵੇਂ ਵੰਡਿਆ ਹੋਇਆ ਆਪਦੇ? ਤਾਂ ਮੈਂ ਫਿਰ ਉਸ ਤੋਂ ਬਾਅਦ 5 ਸਾਲਾਂ ਤੋਂ ਬਾਅਦ ਮੈਂ ਭੁੱਲ ਗਿਆ ਵੈਜੀਟੇਸ਼ਨ ਕਿ ਯਾਰ ਮੈਂ ਇਹ ਤੇ ਕੰਮ ਨਹੀਂ ਕਰਨਾ, ਮੈਂ ਕੰਮ ਕਰਨਾ ਹੈ ਲਾਈਵ ਸਟਾਕ ਤੇ। ਮੈਂ ਪਸ਼ੂ ਧਨ ਤਕੜਾ ਕਰ ਲਿਆ ਤੇ ਇਹਨੇ ਆਪਣੇ ਆਪ ਤਕੜੇ ਹੋ ਜਾਣਾ। ਤਾਂ ਮੈਂ 5 ਸਾਲਾਂ ਤੋਂ ਬਾਅਦ ਜਿਹੜੇ ਮੇਰੇ ਲਾਸਟ ਵਾਲੇ ਹੁਣ 2-3 ਸਾਲ ਸੀਗੇ, ਇਹਨਾਂ ਦੇ ਵਿੱਚ ਮੈਂ ਸਾਰਾ ਫੋਕਸ ਲਾਈਵ ਸਟਾਕ ਤੇ ਕੀਤਾ। ਲਾਈਵ ਸਟਾਕ ਦੇ ਉੱਪਰ ਮੈਂ ਆਪਣੇ ਕੋਲੇ ਗਾਵਾਂ, ਮੇਰੇ ਕੋਲੇ ਮੱਝਾਂ, ਫਿਰ ਮੇਰੇ ਕੋਲੇ ਬੱਕਰੀਆਂ ਆ ਗਈਆਂ, ਫਿਰ ਮੇਰੇ ਕੋਲੇ ਮੁਰਗੀਆਂ ਦੀਆਂ ਬਹੁਤ ਬਰੀਡਾਂ ਆ ਗਈਆਂ, ਬੱਤਕਾਂ ਆ ਗਈਆਂ, ਕਬੂਤਰ ਆ ਗਏ। ਇਹ ਸਾਰੇ ਜਾਨਵਰਾਂ ਦਾ ਮੇਰਾ ਜਿਹੜਾ ਹੈਗਾ ਮੇਨ ਫੋਕਸ ਇਹਨਾਂ ਦੇ ਮਲ ਮੂਤਰ ਤੇ ਹੈ, ਇਹਨਾਂ ਦੇ ਐਕਸਕ੍ਰੀਟੇ ਤੇ। ਤਾਂ ਇਹਨਾਂ ਨੂੰ ਮੈਂ ਖਵਾਉਣਾ ਕੀ ਹੈਗਾ, ਸਾਰੀ ਵੈਜੀਟੇਸ਼ਨ। ਤੁਹਾਨੂੰ ਅਸੀਂ ਉਹ ਇੱਕ ਟੋਕਾ ਚੈਫ ਕਟਰ ਦਿਖਾਇਆ ਹੈਗਾ, ਉਹਦੇ ਕੋਲੇ ਅਸੀਂ ਹਰ ਰੋਜ਼ 50 ਕਿਸਮ ਦੀ ਵੈਜੀਟੇਸ਼ਨ, 50 ਸਪੀਸੀਜ਼ ਵੈਜੀਟੇਸ਼ਨ ਦੀਆਂ ਹਰ ਰੋਜ਼ ਉੱਥੇ ਕੁਤਰਦੇ ਆ। ਉਹ ਕੁਤਰ ਕੇ ਉਹ ਸਾਰਾ ਕੁਝ ਇਹਨਾਂ ਨੂੰ ਜਾਨਵਰਾਂ ਨੂੰ ਚਲਾ ਜਾਂਦਾ। ਜਾਨਵਰ ਉਹਦੇ 'ਚੋਂ 25% ਖਾਂਦੇ ਆ, 50% ਖਾਂਦੇ ਆ, ਬਾਕੀ ਦੇ ਉੱਪਰ ਉਹ ਬਿੱਠਾ ਕਰ ਦਿੰਦੇ ਆ, ਤਾਂ ਸਾਰਾ ਕੰਪੋਸਟਿੰਗ ਯੂਨਿਟ ਚਲਾ ਜਾਂਦਾ। ਉਹ ਸਾਰਾ ਉੱਥੇ ਕੰਪੋਸਟ ਬਣ ਜਾਂਦੀ ਹੈ। ਤਾਂ ਜਿਹੜੀ ਉਹਨੂੰ ਕੰਪੋਸਟ ਬਣੂਗੀ, ਉਹ ਕੰਪੋਸਟ ਦੇ ਵਿੱਚ ਕਿੰਨੇ ਤਰ੍ਹਾਂ ਦੀ ਵੈਜੀਟੇਸ਼ਨ ਦਾ ਜਿਹੜਾ ਹੈਗਾ ਉਹਦੇ 'ਚ ਇਕੱਠ ਹੋ ਕੇ ਆਇਆ ਹੈਗਾ, ਉਹ ਕੰਪੋਸਟ ਕਿਹੜੀ ਤਕੜੀ ਹੋਊਗੀ। ਤਾਂ ਉਹ ਕੰਪੋਸਟ ਹੁਣ ਜਿੱਥੇ ਪਊਗੀ ਤਾਂ ਉੱਥੋਂ ਦੀ ਵੈਜੀਟੇਸ਼ਨ ਤਕੜੀ ਹੋਣੀ ਹੈ। ਤਾਂ ਹੁਣ ਜਦੋਂ ਦਾ ਇਸ ਫਾਰਮੂਲੇ ਤੇ ਕੰਮ ਕਰ ਰਿਹਾ, ਹੁਣ ਮੇਰੀ ਜਿਹੜੀ ਹੈਗੀ ਹੈ ਖੇਤ ਸਾਰਾ ਉੱਠ ਕੇ ਖੜਾ ਹੋਇਆ। ਤੁਸੀਂ ਵੰਡਿਆ ਕਿਵੇਂ ਆ ਹੁਣ ਖੇਤ ਨੂੰ? ਮੇਰੇ ਖੇਤ ਨੂੰ ਜਿਹੜਾ ਹੈਗਾ ਮੈਂ ਐਨੂਅਲਸ ਤੇ ਪੈਰੀਨੀਅਲਸ, ਜੇ ਫਸਲਾਂ ਤੇ ਰੁੱਖ, ਇਹਨਾਂ ਨੂੰ ਜਿਹੜੀ ਮੈਂ ਇਹਦੀ ਰੇਸ਼ੋ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਡਾਕਟਰ ਪਹਿਲਾ ਇਸੇ ਗੱਲ ਤੇ ਜ਼ੋਰ ਦਿੰਦੇ ਸੀਗੇ ਕਿ ਤੁਹਾਡੇ ਖੇਤ 'ਚ ਸਿਰਫ ਜਿਹੜੇ ਹੈਗੇ ਆ ਐਨੂਅਲਸ ਨਹੀਂ ਹੋਣੇ ਚਾਹੀਦੇ, ਸਿਰਫ ਫਸਲਾਂ ਨਹੀਂ ਹੋਣੀਆਂ ਚਾਹੀਦੀਆਂ, ਤੁਹਾਡੇ ਖੇਤ 'ਚ ਰੁੱਖ ਹੋਣੇ ਚਾਹੀਦੇ ਆ, ਕਿਉਂਕਿ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਆ ਜਿਹੜਾ, ਉਹਨਾਂ ਦਾ ਮਲ ਮੂਤਰ ਤੁਹਾਡੇ ਖੇਤ 'ਚ ਆਉਣਾ ਚਾਹੀਦਾ ਹੈ। ਪਹਿਲੇ ਜੀਵ ਜਿਹੜੇ ਧਰਤੀ ਦੇ ਥੱਲੇ ਰਹਿਣ ਵਾਲੇ, ਉਹਨਾਂ ਦਾ ਮਲ ਮੂਤਰ ਤੁਹਾਡੇ ਖੇਤ 'ਚ ਆਊਗਾ, ਤੁਸੀਂ ਮਲਚ ਕਰਕੇ ਰੱਖੋ, ਤੁਸੀਂ ਅੱਗਾਂ ਨਹੀਂ ਲਾਉਣੀਆਂ, ਰੈਜ਼ੀਡਿਊ ਸਾਰਾ ਫਸਲਾਂ ਦੇ ਵਿੱਚ ਵਾਹੁਣਾ, ਇਹਦੇ ਨਾਲ ਉਹ ਜੀਵ ਜਗਤ ਤਕੜਾ ਹੋ ਜਾਊਗਾ, ਥੱਲੜਾ। ਉੱਪਰ ਰਹਿਣ ਵਾਲੇ ਜੀਵ ਜਗਤਾਂ ਨੂੰ ਤੁਸੀਂ ਪਾਲਤੂ ਬਣਾ ਲਿਆ ਮੈਂ ਸਾਰਿਆਂ ਨੂੰ। ਹੁਣ ਤੀਸਰੇ ਜੀਵ ਆ ਜਿਹੜੇ ਉੱਡਣ ਵਾਲੇ, ਮੈਂ ਉਹਨਾਂ ਦਾ ਮਲ ਮੂਤਰ ਵੀ ਮੈਨੂੰ ਚਾਹੀਦਾ। ਉਹਨਾਂ ਦਾ ਮਲ ਮੂਤਰ ਲੈਣ ਵਾਸਤੇ ਮੈਂ ਕੀ ਕਰੂੰਗਾ ਕਿ ਮੈਂ ਵੈਜੀਟੇਸ਼ਨ ਦਾ ਡਿਜ਼ਾਈਨ ਹੁਣ ਮੈਨੂੰ ਐਸਾ ਕਰਨਾ ਪੈਣਾ ਜਿਹਦੇ ਨਾਲ ਉਹ ਆਉਣ। ਜੇਕਰ ਤਾਂ ਮੇਰੇ ਖੇਤ ਦੇ ਵਿੱਚ ਪੈਰੀਨੀਅਲਸ ਹੈਗੇ ਆ, ਉਹ ਤਾਂ ਹੀ ਆਉਣਗੇ। ਜੇ ਕੱਲੀਆਂ ਫਸਲਾਂ ਹੈਗੀਆਂ ਤਾਂ ਉਹਨਾਂ ਨੇ ਨਹੀਂ ਆਉਣਾ। ਤਾਂ ਇਸ ਕਰਕੇ ਮੈਂ ਰੁੱਖਾਂ ਦੀ ਰੇਸ਼ੋ ਵਧਾਈ ਹੈਗੀ ਹੈ। ਰੁੱਖਾਂ ਦੇ ਵਿੱਚ ਜਿਹੜੀ ਹੈਗੀ ਹੈ ਇਹਨਾਂ ਦਾ ਅਨੁਪਾਤ ਜੋ ਮੈਂ ਮਹਿਸੂਸ ਕੀਤਾ ਹੈਗਾ ਕਿ ਇਹ 50-50 ਇੱਕ ਆਈਡੀਅਲ ਮਾਡਲ ਦੇ ਵਿੱਚ ਹੋਣਾ ਚਾਹੀਦਾ। 50% ਰਕਬਾ ਤੁਹਾਡਾ ਫਸਲਾਂ ਥੱਲੇ ਤੇ 50% ਰਕਬਾ ਤੁਹਾਡਾ ਰੁੱਖਾਂ ਥੱਲੇ। ਪਰ ਤੁਸੀਂ ਥੋੜਾ ਜਿਹਾ ਕੰਪਰੋਮਾਈਜ਼ ਕਰ ਸਕਦੇ ਹੋ। ਮੇਰਾ ਜਿਵੇਂ ਹੈਗਾ 1/3 1/3 ਰਕਬਾ ਮੇਰਾ ਜਦੋਂ ਪੂਰੇ ਰੁੱਖ ਵੱਡੇ ਹੋ ਜਾਂਦੇ ਆ ਉਹਨਾਂ ਦੇ ਥੱਲੇ ਕਵਰ ਹੋ ਜਾਊਗਾ ਰੁੱਖਾਂ ਥੱਲੇ, ਤੇ 2/3 ਰਕਬਾ ਮੇਰਾ ਫਸਲਾਂ ਥੱਲੇ ਆ ਜਾਊਗਾ। ਤਾਂ ਐਨੂਅਲਸ ਤੇ ਪੈਰੀਨੀਅਲਸ ਇਹ ਦੋਨੋਂ ਤੁਹਾਨੂੰ ਖੇਤ ਦੇ ਵਿੱਚ ਬਹੁਤ ਜ਼ਰੂਰੀ ਹੈ, ਮਸਟ ਹੈ। ਇਹਦੇ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ, ਟਿਕ ਨਹੀਂ ਸਕੋਗੇ ਕੁਦਰਤੀ ਖੇਤੀ ਦੇ ਵਿੱਚ ਜੇਕਰ ਤੁਹਾਡੇ ਕੋਲੇ ਐਨੂਅਲਸ ਤੇ ਪੈਰੀਨੀਅਲਸ ਦੋਨੇ ਨਹੀਂ ਹੈ। ਹੁਣ ਇੱਕ ਵੱਡਾ ਸਵਾਲ ਇਹ ਆਉਂਦਾ ਹੈ ਕਿ ਤੁਸੀਂ ਇਸ ਫਾਰਮੂਲੇ ਤਹਿਤ ਖੇਤੀ ਕਰ ਰਹੇ ਹੋ, ਤੁਹਾਡੇ ਨਾਲ ਪਸ਼ੂ ਧਨ ਵੀ ਹੈ, ਖੇਤੀ ਵੀ ਹੈ, ਇਕੱਠੀ ਇਹਦਾ ਸਰਕਲ ਹੈ। ਤੁਸੀਂ ਜਿਹੜੀ ਰਵਾਇਤੀ ਖੇਤੀ ਨੂੰ ਟੱਕਰ ਦੇਣ ਵਾਸਤੇ ਇੱਕ ਫਾਈਨੈਂਸ਼ੀਅਲੀ ਸਿਸਟਮ ਹੈ, ਮੰਡੀ ਕਰਨ ਆ ਜਾਂਦਾ, ਤੁਸੀਂ ਉਗਾਉਂਦੇ ਹੋ ਜੋ ਵੀ ਕੀ ਉਗਾਉਂਦੇ ਹੋ, ਤੇ ਉਦੋਂ ਬਾਅਦ ਅਗਲਾ ਕਹਿੰਦਾ ਵੀ ਉਗਾ ਤਾਂ ਲਿਆ ਫਿਰ ਵਿਕਦਾ ਨਹੀਂ। ਫਿਰ ਕੀ ਸਿਸਟਮ ਨੂੰ ਸੰਭਾਲਿਆ ਇਹ? ਹਾਂ, ਜੇਕਰ ਤਾਂ ਤੁਸੀਂ ਮੋਨੋਕਲਚਰ ਕਰੋਗੇ, ਠੀਕ ਹੈ, ਮੈਂ 20 ਏਕੜ 'ਚ ਖੇਤੀ ਕਰਦਾ, ਮੈਂ 20 ਏਕੜ ਦੇ ਵਿੱਚ 11-21 ਬਾਸਮਤੀ ਲਾ ਕੇ ਬੈਠ ਜਾ, ਤੇ ਮੈਂ ਫਿਰ ਮੈਂ ਇਹੀ ਕਹੂੰਗਾ, ਤੁਸੀਂ ਮੈਨੂੰ ਪੁੱਛੋਗੇ ਤਾਂ ਮੈਂ ਕਹੂੰਗਾ ਜੀ ਵੀ ਇਹ ਤਾਂ ਵਿਕਦਾ ਨਹੀਂ ਜੀ ਸਮਾਨ, ਸੁੱਟ ਕੇ ਵਿਕ ਜਾਊਗਾ, ਸੁੱਟ ਕੇ ਆਉਣਾ ਮੰਡੀ, ਸੁੱਟਣਾ ਹੀ ਪੈਣਾ। ਹੁਣ ਜੇ ਮੈਂ ਮੋਨੋਕਲਚਰ ਕਰੂੰਗਾ, ਮੈਂ ਇੱਕ ਹੀ ਫਸਲ ਲਾ ਕੇ ਬੈਠ ਜਾਊਂਗਾ ਤਾਂ ਕਿੱਥੋਂ ਵਿਕੂਗੀ?
ਤਾਂ ਮੇਰੇ ਕੋਲੇ ਕੋਈ ਵੀ ਫਸਲ, ਕੋਈ ਵੀ ਫਰੂਟ, ਕੋਈ ਵੀ ਚੀਜ਼ ਤੁਸੀਂ ਸਾਰੇ ਖੇਤ 'ਚ ਤੁਰ ਫਿਰ ਕੇ ਦੇਖਿਆ, ਤੁਹਾਨੂੰ ਵੱਡੇ ਪੱਧਰ ਤੇ ਕੋਈ ਇੱਕ ਚੀਜ਼ ਨਹੀਂ ਦਿਖੀ। ਹਰ ਚੀਜ਼ਾਂ ਛੋਟੇ ਰੁੱਖ ਕਿੰਨੇ ਕੁ ਹੈ ਹੁਣ? ਰੁੱਖ ਮੇਰੇ ਕੋਲੇ 1500 ਪਲੱਸ ਹੈ। 1500 ਪਲੱਸ। ਹਾਂ। ਤੇ ਫਰੂਟ ਵਾਲੇ ਕਿੰਨੇ ਕੁ? ਫਰੂਟ ਵਾਲਾ ਹੈਗਾ 40 ਪਲੱਸ ਸਪੀਸੀਜ਼ ਨੇ ਫਰੂਟ ਦੀਆਂ, ਜਿਹਦੇ ਵਿੱਚ ਵੈਰਾਈਟੀਜ਼ ਗਾਂ ਵੱਖੋ ਵੱਖਰੀਆਂ, ਸਪੀਸੀਜ਼ ਨੇ। ਫਸਲਾਂ ਕਿੰਨੀਆਂ ਕੁ? ਫਸਲਾਂ ਟੋਟਲ 50 ਦੇ ਕਰੀਬ ਹੋ ਜਾਂਦੀਆਂ ਸਾਲ ਟੋਟਲ ਹੋ ਜਾਂਦੀਆਂ। ਹਾਂਜੀ। ਸੀਜ਼ਨਲ? ਹਾਂ, ਸਾਰੇ ਸਾਲ 'ਚ ਹਾਂ 25-30 ਹੋ ਜਾਂਦੀਆਂ ਹਾੜੀ ਦੀਆਂ, 25-30 ਸੌਣੀ ਦੀਆਂ। ਇਹਦੇ ਵਿੱਚ ਤੁਸੀਂ ਸਾਰੀਆਂ ਨੂੰ ਕਮਰਸ਼ੀਅਲ ਕ੍ਰੌਪਸ ਨਹੀਂ ਕਹਿ ਸਕਦੇ। ਜੇ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲੇ 5 ਏਕੜ ਹੁਣ ਮੱਕੀ ਹੈ ਤੇ 2 ਏਕੜਾਂ 'ਚ ਨਹੀਂ ਹੈ। ਮੇਰੀ ਜਿਹੜੀ ਪ੍ਰਿੰਸੀਪਲ ਕ੍ਰੌਪ ਹੈਗੀ ਹੈ, ਹਾੜੀ ਦੀ ਜੇ ਗੱਲ ਕਰਾਂ, ਹਾੜੀ ਦੀ ਮੇਰੀ ਪ੍ਰਿੰਸੀਪਲ ਕ੍ਰੌਪ ਹੈਗੀ ਹੈ ਮਸਟਰਡ, ਸਰੋਂ। ਉਹ ਕਿਉਂ? ਤੇ ਸੌਣੀ ਦੀ ਮੇਰੀ ਪ੍ਰਿੰਸੀਪਲ ਕ੍ਰੌਪ ਜਿਹੜੀ ਮੁੱਖ ਫਸਲ ਹੈਗੀ ਉਹ ਹੈਗੀ ਹੈ ਤਿਲ। ਉਹ ਕਿਉਂ? ਉਹਨਾਂ ਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ। ਮੇਰਾ ਇਹ ਮੰਨਣਾ ਹੈਗਾ ਕਿ ਖੇਤ ਜਿਹੜਾ ਹੈਗਾ ਇਹ ਇੱਕ ਫੈਕਟਰੀ ਟਾਈਪ ਹੈ ਜੀ। ਜੇ ਇਹਦੇ ਵਿੱਚੋਂ ਕੁਝ ਕੱਢਣਾ ਹੈ ਨਾ ਤਾਂ ਤੁਹਾਨੂੰ ਪਾਉਣਾ ਪੈਣਾ ਹੈ। ਇਹ ਨਹੀਂ ਹੈਗਾ ਕਿ ਤੁਸੀਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਖੇਤ 'ਚੋਂ ਕੱਢੀ ਜਾਓ ਤੇ ਪਾਓ ਕੁਛ ਨਾ। ਚਾਹੇ ਤਾਂ ਕੈਮੀਕਲਸ ਪਾਓ, ਚਾਹੇ ਤੁਸੀਂ ਆਰਗੈਨਿਕ ਮਨਿਓਰ ਪਾਓ, ਤੁਹਾਨੂੰ ਪਾਉਣਾ ਪੈਣਾ ਹੈ। ਕੱਢ ਨਹੀਂ ਸਕਦੇ ਤੁਸੀਂ ਇਕੱਲੇ। ਫਸਲੀ ਚੱਕਰ ਨਾਲ ਤੁਹਾਡੇ ਮਸਲੇ ਹੱਲ ਨਹੀਂ ਹੋਣੇ। ਪਹਿਲਾਂ ਮੈਂ ਵੀ ਇਸ ਭੁਲੇਖੇ ਦੇ ਵਿੱਚ ਫਿਰਦਾ ਰਿਹਾ ਪਹਿਲੇ 4-5 ਸਾਲ ਕਿ ਮੈਂ ਇੱਕ ਫਸਲ ਨਾਈਟ੍ਰੋਜਨ ਫਿਕਸਰ ਬੀਜ ਲੂੰਗਾ ਤੇ ਅਗਲੀ ਫਸਲ ਨਾਲ ਮੈਂ ਵਿੱਚੋਂ ਲੈ ਲੂੰਗਾ, ਤੇ ਟਰਾਲੀਆਂ ਭਰ ਕੇ ਨਹੀਂ ਨਿਕਲਣਾ ਤੁਹਾਡੇ ਖੇਤ 'ਚੋਂ। ਤੁਹਾਨੂੰ ਪਾਉਣਾ ਪੈਣਾ ਹੈ, ਖੇਤ ਨੂੰ ਵਾਪਸ ਦੇਣਾ ਪੈਣਾ, ਤੇ ਖੇਤ 'ਚੋਂ ਘੱਟ ਕੱਢੋ। ਤੁਹਾਡਾ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮੇਰੀਆਂ ਫਸਲਾਂ ਦੀ ਸਿਲੈਕਸ਼ਨ ਐਸੀ ਹੋਵੇ ਕਿ ਖੇਤ 'ਚੋਂ ਘੱਟ ਤੋਂ ਘੱਟ ਕੱਢੋ। ਤਾਂ ਮੇਰੀ ਹੁਣ ਜਿਹੜੀ ਮੁੱਖ ਫਸਲ ਹੈਗੀ, ਸਿਲੈਕਸ਼ਨ ਕਰਨ ਦੇ 5-7 ਸਾਲ ਲੱਗ ਗਏ ਮੈਨੂੰ। ਹਾੜੀ ਦੀ ਜੇ ਗੱਲ ਕਰਾਂ, ਹਾੜੀ ਦੀ ਮੇਰੀ ਮੁੱਖ ਫਸਲ ਮਸਟਰਡ ਹੈ, ਸਰੋਂ ਹੈ। ਸਰੋਂ ਦੇ ਵਿੱਚ ਕੀ ਹੈਗਾ, ਸਰੋਂ ਬੀਜਣ ਤੋਂ ਬਾਅਦ ਉਹਦੀ ਕੱਟ ਲਈ। ਕੱਟਣ ਤੋਂ ਬਾਅਦ ਮੈਂ ਕੱਲਾ ਫਰੂਟ ਲਿਆ, ਉਹਦਾ ਦਾਣਾ ਲਿਆ, ਬਾਕੀ ਸਾਰਾ ਰੈਜ਼ੀਡਿਊ ਵਾਪਸ ਖੇਤ ਦੇ ਵਿੱਚ। ਪਹਿਲਾਂ ਤਾਂ ਮੈਂ 50% ਤਾਂ ਉੱਥੇ ਹੀ ਕੱਟਤਾ, ਕੱਲਾ ਉਹ ਲਿਆ। ਉਸ ਤੋਂ ਬਾਅਦ ਮੈਂ ਉਹਦਾ ਤੇਲ ਕੱਢਿਆ, ਤੇਲ ਕੱਢ ਕੇ ਮੈਂ ਉਹਦਾ ਤੇਲ ਵੇਚਿਆ ਤੇ 25% ਵਾਪਸ ਖਲ ਫਿਰ ਵਾਪਸ ਖੇਤ 'ਚ ਪਾਤੀ। ਤਾਂ ਮੈਂ 100 ਦੇ ਵਿੱਚੋਂ 25% ਹੀ ਕੱਢਿਆ, ਸਾਰਾ ਕੁਝ ਵਾਪਸ ਖੇਤ ਚਲਾ ਗਿਆ। ਅਗਲੀ ਫਸਲ ਮੈਂ ਸਿਲੈਕਟ ਕੀਤੀ ਹੈਗੀ ਹੈ ਤਿਲ। ਤਿਲ ਸਿਲੈਕਟ ਕਿਉਂ ਕੀਤਾ ਹੈ? ਕਿਉਂਕਿ ਤੁਹਾਨੂੰ ਨਾ ਵੈਜੀਟੇਸ਼ਨ ਦਾ ਡਿਜ਼ਾਈਨ ਵੀ ਤੁਹਾਡੀ ਲੋਕੈਲਿਟੀ ਦੇ ਮੁਤਾਬਕ ਦੇਖਣਾ ਪੈਣਾ। ਤੁਸੀਂ ਕਾਪੀ ਨਹੀਂ ਕਰ ਸਕਦੇ। ਕੁਦਰਤੀ ਖੇਤੀ ਦੇ ਵਿੱਚ ਤੁਸੀਂ ਮਾਡਲ ਕਾਪੀ ਨਹੀਂ ਹੋ ਸਕਦਾ, ਤੁਹਾਨੂੰ ਆਪਣੀਆਂ ਉਹਦੇ ਚੇਂਜਸ ਕਰਨੀਆਂ ਪੈਣੀਆਂ। ਜੇ ਹੁਣ ਪੰਜਾਬ ਦੇ ਵਿੱਚ 450-500 mm ਐਨੂਅਲ ਬਾਰਿਸ਼ ਹੁੰਦੀ ਹੈ ਤੇ ਮੇਰੇ ਇਲਾਕੇ 'ਚ 200 ਵੀ ਨਹੀਂ ਹੁੰਦੀ, ਤੇ ਹੁਣ ਮੈਂ ਦੂਸਰੇ ਮਾਡਲ ਕਿਵੇਂ ਅਡਾਪਟ ਕਰ ਸਕਦਾ? ਮੈਨੂੰ ਤਾਂ ਆਪਣੇ ਹਿਸਾਬ ਨਾਲ ਦੇ ਲੋਕੈਲਿਟੀ ਦੇ ਹਿਸਾਬ ਨਾਲ ਵੈਜੀਟੇਸ਼ਨ ਡਿਜ਼ਾਈਨ ਕਰਨੀ ਪੈਣੀ ਹੈ। ਤਾਂ ਮੇਰੀ ਫਸਲ ਹੈਗੀ ਹੈ ਤਿਲ, ਜਿਹਦੇ ਵਿੱਚ ਸਾਡੇ ਬਾਰਿਸ਼ ਇੱਥੇ ਆਉਂਦੀ ਨਹੀਂ, ਤਿਲਾਂ ਨੂੰ ਬਾਰਿਸ਼ ਚਾਹੀਦੀ ਨਹੀਂ। ਤਾਂ ਤਿਲਾਂ ਦੇ ਵਿੱਚ ਵੀ ਉਹੀ ਫਾਰਮੂਲਾ ਹੈ ਕਿ ਤਿਲਾਂ ਦੇ ਵਿੱਚੋਂ ਵੀ ਮੈਂ 25% ਹੀ ਕੱਢਦਾ, ਮੈਂ ਇਕੱਲਾ ਤੇਲ ਵੇਚਦਾ। ਸਾਰੇ ਤਿਲਾਂ ਦੀ ਖਲ ਜਿਹੜੀ ਵਾਪਸ ਖੇਤ ਦੇ ਵਿੱਚ ਜਾਂਦਾ। ਤੇ ਜਦੋਂ ਤੁਸੀਂ ਖੇਤ 'ਚੋਂ ਘੱਟ ਕੱਢੋਗੇ ਤਾਂ ਤੁਹਾਡਾ ਖੇਤ ਤਕੜਾ ਹੋਊਗਾ। ਸਾਰਾ ਫਾਰਮੂਲਾ ਤੁਹਾਡਾ ਸਾਰਾ ਇੱਥੇ ਹੈ। ਮੇਰੇ ਕੋਲ ਤੁਸੀਂ ਉਹ ਦੇਖਿਆ ਇੱਕ ਲੱਕੜਾਂ ਪਈਆਂ ਨੇ ਇੱਥੇ, ਮੈਂ ਉਹ ਬਾਲਣ ਵੇਚਦਾ ਹੈਗਾ। ਠੀਕ ਹੈ, ਬਾਲਣ ਮੈਂ ਵੇਚਦਾ ਹੈਗਾ ਸੁਆਹ ਦੇ ਬਦਲੇ 'ਚ, ਰਾਖ ਦੇ ਬਦਲੇ 'ਚ। ਮੇਰੇ ਪਿੰਡ ਦੇ ਲੋਕਾਂ ਨੂੰ ਮੈਂ ਇੱਥੇ ਹੁਣ ਹੋਕਾ ਸੀ ਦਵਾ ਰਹੇ ਹੈਗੇ ਆ ਕਿ ਕੋਈ ਬਾਲਣ ਲੈ ਜਾਵੇ ਤੇ ਮੈਨੂੰ ਬਦਲੇ 'ਚ ਉਨੀ ਰਾਖ ਦੇ ਜਾਵੇ। ਜੇ ਕਿਸੇ ਨੇ 10 ਕਿਲੋ ਬਾਲਣ ਲੈ ਜਾਣਾ, ਮੈਨੂੰ 10 ਕਿਲੋ ਰਾਖ ਦੇ ਜਾਵੇ ਤੇ ਬਾਲਣ ਫ੍ਰੀ ਲੈ ਜਾਵੇ, ਬਦਲੇ 'ਚ ਦੇ ਜਾਵੇ। ਤਾਂ ਮੇਰੇ ਖੇਤ 'ਚੋਂ ਜੇ 10 ਕਿਲੋ ਉਹ ਡਰਾਈ ਮਟੀਰੀਅਲ ਗਿਆ ਤੇ ਉਨੀ ਰਾਖ ਆ ਗਈ ਵਾਪਸ। ਮੈਂ ਖੇਤ ਦੇ ਵਿੱਚੋਂ ਜਿੰਨਾ ਕੱਢਣਾ ਉਹਨਾਂ ਵਾਪਸ ਆਉਣਾ ਚਾਹੀਦਾ। ਇਹ ਸੈਲਫ ਸਸਟੇਨੇਬਲ ਮਾਡਲ ਹੈ। ਤਾਂ ਇਹੀ ਸਾਡਾ ਸੈਲਫ ਸਸਟੇਨੇਬਲ ਮਾਡਲ ਜੇ ਅਸੀਂ ਪੰਜਾਬ ਦੇ ਪਿੰਡਾਂ ਨੂੰ ਦੇਖੀਏ ਨਾ, ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਤਾਂ ਆਹੀ ਕੁਝ ਸੀਗਾ। ਪਿੰਡ ਦੇ ਵਿੱਚੋਂ ਕੁਝ ਵੀ ਚੀਜ਼ ਬਾਹਰ ਨਹੀਂ ਜਾਂਦੀ ਸੀ। ਹੁਣ ਪਿੰਡ ਦੇ ਵਿੱਚ ਮੰਨ ਲਓ 2500 ਏਕੜ ਰਕਬਾ ਹੈ ਸਾਡੇ ਪਿੰਡ ਦਾ। 2500 ਏਕੜ ਦੇ ਰਕਬੇ ਦੇ ਵਿੱਚ ਜਿੰਨੀ ਪੈਦਾਵਾਰ ਹੋਈ ਉਹ ਸਾਰੀ ਕੰਜ਼ਿਊਮ ਕਰ ਲਈ ਪਿੰਡ ਦੇ ਲੋਕਾਂ ਨੇ। ਪਿੰਡ ਦੇ ਨਾਈ ਕੋਲੇ ਚਲੀ ਗਈ, ਪਿੰਡ ਦੇ ਹਲਵਾਈ ਕੋਲੇ ਚਲੀ ਗਈ, ਉਹਨੇ ਦਰਜੀ ਕੋਲੇ, ਟੇਲਰ ਮਾਸਟਰ ਕੋਲੇ, ਸਭ ਕੋਲੇ ਜਿਹੜੀ ਸਾਡੀ ਉਹ ਸੀਗੀ ਫੂਡ ਦੇ ਰੂਪ ਦੇ ਵਿੱਚ ਉਹਨਾਂ ਕੋਲੇ ਚਲਾ ਗਿਆ। ਉਹਨਾਂ ਸਭ ਨੇ ਖਾਧਾ, ਜੰਗਲ ਪਾਣੀ ਦੇ ਰੂਪ ਦੇ ਵਿੱਚ ਉਹ ਸਾਰਾ ਫਿਰ ਪਿੰਡ ਦੇ ਬਾਹਰਲੇ ਪਾਸੇ ਚਲਾ ਗਿਆ। ਤੇ ਪਿੰਡ ਤੋਂ ਟਰਾਲੀਆਂ ਭਰ ਕੇ ਬਾਹਰ ਤਾਂ ਕੁਝ ਨਿਕਲਿਆ ਹੀ ਨਹੀਂ, ਸਾਰਾ ਪਿੰਡ ਦਾ ਪਿੰਡ 'ਚ ਰਹਿ ਗਿਆ। ਤਾਂ ਹੁਣ ਕੈਮੀਕਲ ਫਾਰਮਿੰਗ 'ਚ ਕੀ ਹੋਇਆ ਕਿ ਅਸੀਂ ਤਾਂ ਟਰਾਲੀਆਂ ਭਰ ਕੇ ਕੱਢੀ ਜਾਂਦੇ ਹਾਂ, ਟਰਾਲੀਆਂ ਭਰ ਕੇ ਲਈ ਆਉਣੀ। ਹਾਂ, ਅੱਛਾ, ਹੁਣ ਤੁਸੀਂ ਉਗਾ ਵੀ ਲੈਂਦੇ ਹੋ ਤੇ ਇੱਥੋਂ ਹੀ ਸੇਲ ਕਰਦੇ ਹੋ ਜੀ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੈਮੀਕਲ ਜਾਂ ਰਵਾਇਤੀ ਖੇਤੀ ਜਿਹਨੂੰ ਕਹਿ ਦਿੰਦੇ ਆ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ, ਉਹਦਾ ਮੁਕਾਬਲਾ ਟੱਕਰ ਦੇਣ ਯੋਗ ਹੋ ਗਏ ਹੋ ਤੁਸੀਂ? ਥੋੜਾ ਜਿਹਾ ਸਮਾਂ ਹਜੇ ਲੱਗਦਾ। ਮੈਂ ਠੀਕ ਹੈ, ਜੇ ਮੈਂ ਇਕਨੋਮਿਕਲੀ ਦੇਖਾਂ ਤਾਂ ਮੈਂ ਕੈਮੀਕਲ ਖੇਤੀ ਦੇ ਬਰਾਬਰ ਹੈਗਾ। ਮੈਂ ਉਹਦੇ ਤੋਂ ਪਿੱਛੇ ਨਹੀਂ, ਮੈਂ ਅੱਗੇ ਵੀ ਨਹੀਂ ਤੇ ਮੈਂ ਪਿੱਛੇ ਵੀ ਨਹੀਂ ਹੈਗਾ, ਮੈਂ ਬਰਾਬਰ 'ਚ ਹੈਗਾ ਕੈਮੀਕਲ ਖੇਤੀ ਦੇ। ਪਰ ਮੈਂ ਹਜੇ ਤੱਕ ਯੀਲਡ ਦੇ ਵਿੱਚ, ਝਾੜ ਦੇ ਵਿੱਚ ਉਹਨਾਂ ਦੇ ਬਰਾਬਰ ਨਹੀਂ ਹੋਇਆ। ਠੀਕ ਹੈ, ਮੈਂ ਇਸ ਮਾਡਲ ਨੂੰ, ਜੇਕਰ ਅਸੀਂ ਇਸ ਮਾਡਲ ਨੂੰ ਸਪਰੈਡ ਕਰਨਾ ਹੈਗਾ ਤਾਂ ਸਾਨੂੰ ਇਸ ਮਾਡਲ ਦੇ ਵਿੱਚ ਸਾਨੂੰ ਕੈਮੀਕਲ ਮਾਡਲ ਦੇ ਨਾਲ ਟੱਕਰ ਦੇਣੀ ਪੈਣੀ ਹੈ ਝਾੜ ਦੇ ਮੁਕਾਬਲੇ 'ਤੇ। ਤਾਂ ਝਾੜ ਜਦੋਂ ਜਿੰਨਾ ਚਿਰ ਬਰਾਬਰ ਨਹੀਂ ਹੁੰਦਾ ਉਹਨਾਂ ਚਿਰ ਇਹ ਮਾਡਲ ਨੂੰ ਮੈਂ ਸਕਸੈਸਫੁਲ ਮਾਡਲ ਨਹੀਂ ਕਹਿ ਸਕਦਾ। ਸਾਨੂੰ ਝਾੜ ਦੇ ਬਰਾਬਰ ਟੱਕਰ ਦੇਣੀ ਪੈਣੀ ਹੈ। ਤੇ ਮੈਨੂੰ ਬਹੁਤ ਉਮੀਦ ਹੈ ਕਿ ਜਿਵੇਂ ਮੇਰਾ ਲਾਈਵ ਸਟਾਕ ਹੁਣ ਵੱਧ ਰਿਹਾ ਹੈਗਾ ਤਾਂ ਅਸੀਂ ਆਉਣ ਵਾਲੇ ਸਾਲ, 1.5 ਸਾਲ ਤੱਕ, ਹੋ ਸਕਦਾ 2 ਸਾਲ ਲੱਗ ਜਾਣ,
ਤੇ ਝਾੜ ਵਾਈਜ਼ ਟੱਕਰ ਦੇਵਾਂਗੇ ਕੈਮੀਕਲ ਫਾਰਮਿੰਗ ਨਾਲ। ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਤੁਹਾਡੇ ਕੋਲ ਤਾਂ 20 ਏਕੜ ਹੈ, ਨਾਲ ਹੋਰ ਵੀ ਸਾਧਨ ਸੀਗੇ, ਤੁਸੀਂ ਵਕਾਲਤ ਕਰਦੇ ਰਹੇ। ਅਗਲਾ ਇਹ ਬੜਾ ਸੌਖਾ ਸਵਾਲ ਕਰਦਾ ਵੀ ਤੁਹਾਡੇ ਕੋਲ ਤਾਂ ਪੈਸੇ ਸੀਗੇ, ਤੁਸੀਂ ਪੰਗਾ ਲੈ ਲਿਆ, ਕਿ ਜਿਹੜੀ 80-90% ਆਮ ਛੋਟੇ ਫਾਰਮਰ ਹੈ, ਕਿ ਉਹਨਾਂ ਵਾਸਤੇ ਤੁਸੀਂ ਇਸ ਰਿਸਰਚ ਦੇ ਵਿੱਚ ਕੀ ਦੇਖਦੇ ਹੋ? ਇਹ ਮਾਡਲ ਛੋਟੇ ਕਿਸਾਨ ਵਾਸਤੇ ਜ਼ਿਆਦਾ ਬੈਟਰ ਹੈ, ਕਿਉਂਕਿ ਵੱਡੀ ਖੇਤੀ ਦੇ ਵਿੱਚ ਤਾਂ ਤੁਹਾਡੀ ਡਿਪੈਂਡੈਂਸੀ ਫਿਰ ਬਣ ਗਈ ਲੇਬਰ ਤੇ। ਜੇ ਤਾਂ ਮੇਰੇ ਕੋਲੇ ਮੈਨੂੰ ਜਿੰਨੀ ਹੁਣ ਸਮਝ ਬਣੀ ਹੈ ਇੱਥੇ ਆ ਕੇ 8 ਸਾਲਾਂ ਬਾਅਦ, ਜੇ ਮੈਨੂੰ ਇਹੀ ਸਮਝ ਪਹਿਲਾਂ ਹੁੰਦੀ ਤਾਂ ਮੈਂ ਇਹਨੂੰ 5 ਏਕੜ ਦੇ ਵਿੱਚ ਜਾਂ 3 ਏਕੜ 'ਚ ਕਰਨਾ ਸੀ, ਮੈਂ ਐਡੇ ਵੱਡੇ ਪੱਧਰ ਤੇ ਨਹੀਂ ਕਰਨਾ ਸੀ। ਵੱਡੇ ਏਰੀਏ ਦੇ ਵਿੱਚ ਕਰਨ ਦੇ ਨਾਲ ਤੁਹਾਡੀ ਡਿਪੈਂਡੈਂਸੀ ਬਹੁਤ ਬਣ ਜਾਂਦੀ ਹੈ ਲੇਬਰ ਤੇ, ਤੁਸੀਂ ਡਿਪੈਂਡੈਂਟ ਹੋ ਜਾਂਦੇ ਹੋ। ਤਾਂ ਡਿਪੈਂਡੈਂਸੀ ਤਾਂ ਮਾੜੀ ਹੁੰਦੀ ਹੈ, ਚਾਹੇ ਤਾਂ ਉਹ ਕਾਰਪੋਰੇਟ ਦੀ ਹੈ ਚਾਹੇ ਕਿਸੇ ਦੀ ਵੀ ਡਿਪੈਂਡੈਂਸੀ ਹੈ, ਤੁਸੀਂ ਡਿਪੈਂਡੈਂਟ ਹੋ ਗਏ, ਲੇਬਰ ਤੇ ਹੋ ਗਏ। ਜੇ ਤੁਸੀਂ ਥੋੜੇ ਥਾਂ 'ਚ ਕਰਦੇ ਹੋ, ਇੱਕ ਛੋਟਾ ਕਿਸਾਨ ਹੈਗਾ ਤਾਂ ਉਹਨੇ ਲੇਬਰ ਤਾਂ ਪਾਉਣੀ ਨਹੀਂ, ਉਹਨੇ ਸਾਰਾ ਕੁਝ ਆਪ ਹੀ ਕਰ ਲੈਣਾ ਹੈਗਾ, ਉਹਦੀ ਐਕਸਪਲੋਇਟੇਸ਼ਨ ਜ਼ਿਆਦਾ ਹੋਣੀ ਹੈ। ਇੱਕ ਛੋਟੇ ਕਿਸਾਨ ਦੀ ਐਕਸਪਲੋਇਟੇਸ਼ਨ ਜ਼ਿਆਦਾ ਹੁੰਦੀ ਹੈ, ਉਹਨੂੰ ਬਾਜ਼ਾਰ ਜ਼ਿਆਦਾ ਲੁੱਟਦਾ ਹੈ, ਵੱਡੇ ਕਿਸਾਨ ਨੂੰ ਹਜੇ ਘੱਟ ਲੁੱਟਦਾ ਹੈ। ਤੇ ਉਹਨੂੰ ਤਾਂ ਆੜਤੀਆ, ਉਹਨੂੰ ਤਾਂ ਬੈਂਕਾਂ ਵਾਲੇ ਸਾਰੇ ਪਾਸੇ ਉਹਦੀ ਵਿਚਾਰੇ ਦੀ ਮਾਰ ਪੈਂਦੀ ਹੈ, ਉਹਨੂੰ ਜ਼ਿਆਦਾ ਲੁੱਟ ਹੁੰਦੀ ਹੈ ਉਹਦੀ। ਜਾਣੀ ਕਿ ਬਾਜ਼ਾਰ ਮੁਕਤ ਹੋਣ ਨੂੰ ਪਹਿਲਾਂ ਹੋਣ ਦੀ ਲੋੜ। ਹਾਂ, ਉਹਨੂੰ ਪਹਿਲਾਂ ਲੋੜ ਹੈ, ਉਹਦੀ ਜ਼ਰੂਰਤ ਪਹਿਲਾਂ ਹੈ ਕਿ ਉਹਨੂੰ ਬਾਜ਼ਾਰ ਮੁਕਤ ਹੋਣ ਦੀ। ਤੁਸੀਂ ਇੱਕ ਮਾਡਲ ਕੀ ਦਿਓਗੇ ਇੱਕ ਛੋਟੇ ਕਿਸਾਨ ਨੂੰ ਦੇਣਾ ਹੋਵੇ, 2 ਏਕੜ ਵਾਲੇ ਨੂੰ ਮੰਨ ਕੇ ਚੱਲੋ? ਹਾਂ, ਜੇਕਰ 2 ਏਕੜ ਵਾਲੇ ਕਿਸਾਨ ਨੇ ਸ਼ੁਰੂ ਕਰਨਾ ਹੈਗਾ, ਉਹਨੂੰ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ ਰੁੱਖਾਂ ਤੇ ਲਾਈਵ ਸਟਾਕ ਤੇ, ਪਸ਼ੂ ਧਨ ਤੇ, ਇਹਦੇ ਤੇ ਕੰਮ ਕਰੇ। ਉਹ ਰੁੱਖਾਂ ਦੀ ਡਿਜ਼ਾਈਨਿੰਗ ਕਰਕੇ ਰੁੱਖ ਲਾ ਲਵੇ। ਆਪਣਾ ਜਿਹੜੀ ਹੈਗੀ ਹੈ ਉਹ ਇਸ ਖੇਤੀ ਨੂੰ, ਜਿਵੇਂ ਤੁਸੀਂ ਦੇਖਿਆ ਹੈਗਾ ਕਿ 2 ਭਾਗਾਂ 'ਚ ਵੰਡਿਆ ਹੋਇਆ ਹੈਗਾ, ਇੱਕ ਤਾਂ ਜਿਹੜਾ ਐਨੂਅਲਸ ਵਾਸਤੇ ਤੇ ਇੱਕ ਪੈਰੀਨੀਅਲਸ ਵਾਸਤੇ। ਉਹ ਐਨੂਅਲਸ ਚਾਹੇ ਜਿਹੜੇ ਹੈਗੇ ਫਸਲਾਂ ਹੈਗੀਆਂ, ਚਾਹੇ ਉਹਦੇ ਉੱਤੇ ਜਿਵੇਂ ਡਾਕਟਰ ਸਾਹਿਬ ਦੀ ਹੈਗੀ ਹੈ ਇੱਕ ਟੈਕਨੀਕ ਹੈਗੀ ਹੈ ਸੁਰਿੰਦਰ ਦਲਾਲ ਜੀ ਦੀ, ਕਿ ਉਹ ਉੱਤੋਂ ਫੋਲੀਅਰ ਸਪਰੇਅ ਕਰਕੇ ਉਹਨੂੰ ਇੱਕ ਵਾਰੀ ਟਾਈਮ ਪਾਸ ਕਰੇ, ਆਪਣੀ ਯੀਲਡ ਨਾ ਘੱਟ ਹੋਣ ਦੇਵੇ। ਤੇ ਉਹ ਯੂਰੀਆ DAP ਦੀ ਉਹ ਦੱਸਦੇ ਹੈਗੇ ਆ ਕਿ ਉਹ ਤੁਸੀਂ ਪਾ ਕੇ ਉਹਦੀ ਮੇਨਟੇਨ ਰੱਖ ਸਕਦੇ ਉਹ। ਲੇਕਿਨ ਦੂਸਰੇ ਪੈਚ ਨੂੰ ਜਿਹੜਾ ਤੁਹਾਡਾ ਰੁੱਖਾਂ ਵਾਲਾ ਹੈਗਾ ਉਹਨੂੰ ਤੁਸੀਂ ਬਿਲਕੁਲ ਜ਼ਹਿਰ ਮੁਕਤ ਕਰ ਦਿਓ, ਕਿਉਂਕਿ ਜੇ ਅਸੀਂ ਇਮੀਡੀਏਟਲੀ ਸਾਰਾ ਕੁਝ ਕਰ ਦਿਆਂਗੇ ਤਾਂ ਉਹਦੀ ਪ੍ਰੋਡਕਸ਼ਨ ਡਿੱਗ ਪੂਗੀ, ਵਿਚਾਰਾ ਉਹ ਤਾਂ ਫੇਲ ਹੋ ਜਾਊਗਾ, ਉਹਨੇ ਮੁੜ ਕੇ ਮੂੰਹ ਨਹੀਂ ਕਰਨਾ ਇੱਧਰ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਦਾ ਕਿੰਨਾ ਕੁ ਪਾਰਟ ਵੇਖਦੇ ਹੋ ਐਕਸਪਰਟਸ ਦੇ ਨਾਲ? ਹਾਂ, ਬਹੁਤ, ਤੁਹਾਨੂੰ ਸਮਝ ਬਹੁਤ ਜ਼ਰੂਰੀ ਹੈ, ਹੋਣੀ ਚਾਹੀਦੀ ਹੈ। ਤੁਹਾਡਾ ਵਿਜ਼ਨ ਕਲੀਅਰ ਹੋਵੇ ਕਿ ਮੈਂ ਜਾਣਾ ਕਿਹੜੇ ਪਾਸੇ ਨੂੰ ਹੈ, ਚਾਹੇ ਤੁਹਾਡੀ ਸਪੀਡ ਸਲੋ ਹੋਵੇ, ਤੁਸੀਂ ਹੌਲੀ ਚੱਲ ਪਓ, ਲੇਕਿਨ ਤੁਹਾਨੂੰ ਵਿਜ਼ਨ ਤੁਹਾਡਾ ਕਲੀਅਰ ਹੋਵੇ ਕਿ ਮੈਂ ਜਾਣਾ ਇੱਧਰ ਨੂੰ ਹੈ। ਜਿਵੇਂ ਮੈਂ ਕਹਿ ਰਿਹਾ ਹੈਗਾ ਕਿ ਮੈਨੂੰ ਤਾਂ ਇਹ ਕਲੈਰਿਟੀ ਜਾ ਕੇ ਕਈ ਸਾਲਾਂ ਬਾਅਦ ਲੱਗੀ ਹੋਈ ਹੈ। ਮੈਂ ਤਾਂ ਪਹਿਲਾਂ ਹੋਰ ਜੀਵ ਅਮਰ ਤੇ ਜ਼ੋਰ ਲਾਉਂਦਾ ਰਿਹਾ, ਇਹ ਸਮਝ ਹੀ ਨਹੀਂ ਬਣੀ। ਹੁਣ ਜਾ ਕੇ ਪਤਾ ਲੱਗਿਆ ਕਿ ਯਾਰ ਵਨਸਪਤੀ ਤਕੜੀ ਕਰਨੀ। ਤੁਹਾਡਾ ਨਿਸ਼ਾਨਾ ਸਾਫ਼ ਕੀ ਹੋ ਗਿਆ? ਮੇਰੇ ਗੁਰੂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਇੱਕ ਸੁਪਨਾ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਕਿ ਅਸੀਂ ਕੈਮੀਕਲ ਖੇਤੀ ਦਾ ਇੱਕ ਬਦਲਵਾਂ ਮਾਡਲ ਖੋਜ ਕਰਨਾ ਹੈ ਪੰਜਾਬ ਦੇ ਵਿੱਚ। ਬਦਲਵਾਂ ਮਾਡਲ ਦਾ ਮਤਲਬ? ਬਦਲਵਾਂ ਮਾਡਲ ਬਿਨਾਂ ਰਹਿਆਂ ਤੋਂ, ਬਿਨਾਂ ਸਪਰੇਆਂ ਤੋਂ ਜਿਹੜੀ ਖੇਤੀ ਦਾ ਢੰਗ ਪੰਜਾਬ ਚੱਲ ਰਿਹਾ ਹੈ, ਇਹਦੇ ਤੋਂ ਬਦਲਵੇਂ ਢੰਗ ਦੀ ਖੇਤੀ ਕਿਵੇਂ ਹੋਵੇ, ਜਿਹੜੀ ਸਾਡੀ ਇਕੋਲੋਜੀ ਨੂੰ, ਸਾਡੇ ਨੈਚੁਰਲ ਰਿਸੋਰਸਿਸ ਨੂੰ, ਸਾਡੇ ਕਿਸਾਨ ਨੂੰ ਬਾਜ਼ਾਰ ਦਾ ਗੁਲਾਮ ਨਾ ਬਣਾਵੇ। ਐਸੀ ਕੋਈ ਖੇਤੀ ਦੀ ਵਿਧੀ ਲੱਭੀਏ ਸੀ, ਉਹ ਵਿਧੀ ਦੀ ਭਾਲ ਦੇ ਵਿੱਚ ਸੀ। ਤੁਸੀਂ ਅਕਸਰ ਆਖਦੇ ਹੁੰਦੇ ਕਿ 1 ਏਕੜ ਚੋਂ 5-7 ਲੱਖ ਵੀ ਕਮਾਇਆ ਜਾ ਸਕਦਾ। ਜੀ ਹਾਂ, ਜਦੋਂ ਤੁਸੀਂ ਲਾਈਵ ਸਟਾਕ ਤਕੜਾ ਕਰ ਲਿਆ ਤਾਂ ਤੁਹਾਡੀ ਜਿਹੜੀ ਵਨਸਪਤੀ ਤਕੜੀ ਹੋ ਜੂਗੀ। ਜਦੋਂ ਤੁਹਾਡੀ ਵਨਸਪਤੀ ਤਕੜੀ ਹੋਗੀ ਤਾਂ ਮਲਟੀ ਲੇਅਰ ਮਾਡਲ ਦੇ ਨਾਲ ਤੁਸੀਂ ਉੱਥੇ ਪਹੁੰਚ ਸਕਦੇ ਹੋ, ਪਰ ਉੱਥੇ ਬਹੁਤ ਮਿਹਨਤ ਕਰਨੀ ਪੈਣੀ ਹੈ। ਐਡੇ ਆਸਾਨੀ ਦੇ ਨਾਲ ਉੱਥੇ ਨਹੀਂ ਪਹੁੰਚਿਆ ਜਾਣਾ। ਜੇ ਮੈਂ ਕਹਿ ਦਿਆਂ ਕਿ 5 ਲੱਖ ਤੇ ਤੁਸੀਂ ਆਸਾਨੀ ਦੇ ਨਾਲ ਪਹੁੰਚ ਜਾਓਗੇ, ਤੁਹਾਨੂੰ ਮਿਹਨਤ ਬਹੁਤ ਕਰਨੀ ਪੈਣੀ ਹੈ। ਮਲਟੀ ਲੇਅਰ ਮਾਡਲ ਤੁਹਾਨੂੰ ਖੜਾ ਕਰਨ ਵਾਸਤੇ ਤੁਹਾਨੂੰ ਉਹਦੇ ਵਿੱਚ ਸਾਲਾਂ ਦੀ ਮਿਹਨਤ ਹੈਗੀ ਉੱਥੇ ਪਹੁੰਚਣ ਵਾਸਤੇ। ਇੱਕ ਛੋਟੇ ਕਿਸਾਨ ਨੂੰ ਕਿੰਨਾ ਟਾਈਮ ਲੱਗ ਸਕਦਾ ਉੱਥੇ ਜਾਣ ਨੂੰ? ਇਹਦੇ ਵਿੱਚ ਤੁਹਾਡੀ ਮਿਹਨਤ ਹੈ ਜੀ। ਜੇਕਰ ਤੁਸੀਂ ਬਹੁਤ ਮਿਹਨਤ ਕਰਦੇ ਹੋ ਤਾਂ ਤੁਸੀਂ ਤੀਸਰੇ ਸਾਲ ਤੱਕ ਪਹੁੰਚ ਸਕਦੇ ਹੋ, ਤੇ ਇਹਨੂੰ ਤੁਸੀਂ ਸਾਲਾਂ ਦੇ ਵਿੱਚ ਨਹੀਂ ਗਿਣ ਸਕਦੇ, ਤੁਹਾਡੀ ਮਿਹਨਤ ਹੈ। ਇਹਦਾ ਡਾਕਟਰ ਰੁਪੇਲਾ ਨੂੰ ਮੈਂ ਪੁੱਛ ਲਿਆ ਸ਼ੁਰੂ ਦੇ ਵਿੱਚ, ਮੈਂ ਕਿਹਾ ਡਾਕਟਰ ਸਾਹਿਬ ਅਸੀਂ ਖੇਤ ਨੂੰ ਤਕੜਾ ਕਰਨਾ ਹੈਗਾ, ਤਾਂ ਇਹ ਖੇਤ ਤਕੜਾ ਜੀਵ ਅੰਮ੍ਰਿਤ ਨਾਲ ਹੋਊਗਾ ਕਿ ਇਹਨੂੰ ਕੰਪੋਸਟ ਪਾ ਕੇ ਕਰਾਂਗੇ? ਤਾਂ ਡਾਕਟਰ ਰੁਪੇਲਾ ਕਹਿੰਦੇ ਕਿ ਇਹਨੂੰ ਪਸੀਨੇ ਦੀ ਲੋੜ ਹੈ। ਪਸੀਨਾ ਕਿੰਨਾ ਕਢੋਲ ਲੇਗਾ? ਹੁਣ ਖੇਤ ਨੂੰ ਤਾਂ ਤੁਹਾਡੇ ਪਸੀਨੇ ਦੀ ਲੋੜ ਹੈ। ਕਿੰਨਾ ਪਸੀਨਾ, ਤੁਸੀਂ ਕਿੰਨੀ ਮਿਹਨਤ ਕਰਦੇ ਹੋ, ਉਹ ਮਿਹਨਤ ਤੁਸੀਂ 1 ਸਾਲ ਦੇ ਵਿੱਚ ਓਨੀ ਕਰ ਜਾਂਦੇ ਹੋ ਕਿ ਉਹ ਮਿਹਨਤ ਤੁਸੀਂ 5 ਸਾਲਾਂ 'ਚ ਵੀ ਨਹੀਂ ਓਨੀ ਕਰਦੇ। ਤੁਸੀਂ ਖੇਤੀ ਦੇ ਵਿੱਚੋਂ, ਇਸ ਖੇਤ ਦੇ ਵਿੱਚੋਂ ਹੋਰ ਕੀ ਕੱਢ ਲਿਆ? ਸਮਝ ਲਓ ਇੱਕ ਤਰ੍ਹਾਂ ਦਾ ਫਾਰਮ ਟੂਰਿਜ਼ਮ ਵੀ ਨਿਕਲਦਾ ਹੈ, ਇਹਦੇ ਵਿੱਚੋਂ ਫੋਟੋਸ਼ੂਟ ਵੀ ਨਿਕਲਦਾ ਹੈ। ਕੀ ਕੁਛ ਕੱਢਿਆ ਜਾ ਸਕਦਾ? ਸਭ ਕੁਛ ਨਾ ਆਪੇ ਸਬੱਬ ਬਣਦਾ ਗਿਆ। ਕੁਛ ਵੀ ਲੈ ਕੇ ਨਹੀਂ ਚੱਲੇ ਸੀ ਇੱਥੋਂ ਕਿ ਇਕੋ ਫਾਰਮ ਟੂਰਿਜ਼ਮ ਦਾ ਕੋਈ ਨਰਸਰੀ ਬਣਾਈ ਹੈ, ਕੁਛ ਨਹੀਂ ਲੈ ਕੇ ਚੱਲੇ ਸੀ ਸ਼ੁਰੂ ਦੇ ਵਿੱਚ। ਤਾਂ ਹੌਲੀ ਹੌਲੀ ਇਹਦੇ ਵਿੱਚ ਇਹਦਾ ਦਾਇਰਾ ਬਹੁਤ ਵੱਡਾ ਹੁੰਦਾ ਜਾਂਦਾ, ਬਹੁਤ ਕੁਛ ਐਡ ਹੁੰਦਾ ਗਿਆ।
ਇਹਦੇ ਵਿੱਚ ਜਿਵੇਂ ਹੁਣ ਰੁੱਖਾਂ ਦੇ ਵਿੱਚ ਸਾਡੇ ਕੋਲੇ ਇੰਨੀਆਂ ਸਪੀਸੀਜ਼ ਹੋ ਗਈਆਂ, ਇੰਨੀਆਂ ਸਪੀਸੀਜ਼ ਪੰਜਾਬ ਦੇ ਵਿੱਚ ਬਹੁਤ ਘੱਟ ਥਾਵਾਂ ਦੇ ਉੱਤੇ ਤੁਹਾਨੂੰ ਸ਼ਾਇਦ ਨਾ ਹੀ ਦੇਖਣ ਨੂੰ ਮਿਲਣ। ਇੱਕ ਆਪਣਾ 150 ਸਪੀਸੀ ਹੋ ਗਈ ਪੇੜਾਂ ਦੀ, ਤਾਂ ਇਹ ਇੱਕ ਵਿਲੱਖਣ ਚੀਜ਼ ਸੀ ਲੋਕਾਂ ਵਾਸਤੇ। ਜਿਹੜੇ ਨੇਚਰ ਲਵਰ ਲੋਕ ਹੈਗੇ ਆ, ਕਿੰਨੇ ਕਿਸਮ ਦੇ ਰੁੱਖ ਹੈਗੇ ਆ, ਉਹ ਦੇਖਣ ਵਾਸਤੇ ਲੋਕ ਆਉਣ ਲੱਗ ਪਏ। ਤਾਂ ਉਹਦੇ ਨਾਲ ਤੁਹਾਡਾ ਟੂਰਿਜ਼ਮ ਸਟਾਰਟ ਹੋ ਗਿਆ। ਤਾਂ ਫਿਰ ਉਹ ਲੋਕ ਆ ਕੇ ਇੱਥੇ ਕਹਿੰਦੇ ਯਾਰ ਕੁਛ ਚਾਹ ਪਾਣੀ ਵਾਸਤੇ ਵੀ ਹੋਵੇ, ਤਾਂ ਅਸੀਂ ਇੱਥੇ ਕਿਚਨ ਸਟਾਰਟ ਕਰ ਲਈ। ਉਹ ਵਿੱਚੋਂ ਲੋਕਡਾਊਨ ਜੇ ਕਰਕੇ ਸਾਡੀ ਟੈਂਪਰੇਰੀ ਬੰਦ ਹੋ ਗਈ ਇੱਕ ਵਾਰੀ, ਤਾਂ ਉਹਦੇ ਨਾਲ ਤੁਹਾਡਾ ਇੱਕ ਸਮਝ ਲਓ ਇੱਕ ਛੋਟਾ ਮਿੰਨੀ ਰੈਸਟੋਰੈਂਟ ਵੀ ਨਾਲ ਚੱਲ ਪਿਆ। ਫਿਰ ਕੋਈ ਦੂਰ ਤੋਂ ਲੋਕ ਆਉਂਦੇ ਸੀ, ਉਹ ਕਹਿੰਦੇ ਸਾਨੂੰ ਰਹਿਣ ਵਾਸਤੇ ਵੀ ਚਾਹੀਦਾ, ਉਹ ਫਾਰਮ ਸਟੇ ਵੀ ਨਾਲ ਵਿੱਚ ਆ ਗਿਆ। ਫਿਰ ਲੋਕ ਪੁੱਛ ਲੈਂਦੇ ਸੀ ਯਾਰ ਇੱਥੇ ਕਪੂਰ ਲੱਗਿਆ ਹੈਗਾ, ਤਾਂ ਇਹ ਸਾਨੂੰ ਪਲਾਂਟ ਕਿੱਥੋਂ ਮਿਲਣਗੇ, ਜਿੱਥੇ ਨਰਸਰੀ ਵੀ ਖੋਲ੍ਹ ਲਓ। ਫਿਰ ਅਸੀਂ ਵਿੱਚ ਨਰਸਰੀ ਖੋਲ੍ਹ ਲਈ। ਫਿਰ ਸਮਾਨ ਲੋਕ ਮੰਗਦੇ ਸੀ, ਫਿਰ ਅਸੀਂ ਇੱਥੇ ਆਊਟਲੈਟ ਵੀ ਵਿੱਚੇ ਖੋਲ੍ਹ ਲਈ। ਤਾਂ ਮੁਰਗੀਆਂ ਦੀਆਂ ਇੰਨੀਆਂ ਪ੍ਰਜਾਤੀਆਂ ਹੋ ਗਈਆਂ, ਲੋਕ ਕਹਿਣ ਲੱਗੇ ਯਾਰ ਸਾਨੂੰ ਆ ਬੈਂਟਮ ਚਾਹੀਦੀ ਹੈ ਬਰੀਡ, ਅਤੇ ਆਹ ਸਾਨੂੰ ਆਹ ਚਾਹੀਦੀ ਹੈ, ਚਕੋਰ ਚਾਹੀਦੇ ਆ, ਟਰਕੀ ਚਾਹੀਦੇ ਹੈ। ਉਹ ਅਸੀਂ ਨਾਲ ਇੱਥੇ ਇਨਕੂਬੇਟਰ ਰੱਖ ਲਿਆ, ਅਤੇ ਅਸੀਂ ਉਹ ਵੀ ਨਾਲ ਇੱਕ ਲਾਈਨ ਵਿੱਚੋਂ ਨਿਕਲੇ। ਬਹੁਤ ਕੁਛ ਵਰਮੀ ਕੰਪੋਸਟ ਯੂਨਿਟ ਜਿਹੜਾ ਬਣ ਗਿਆ ਇੱਥੇ, ਉਹ ਅਸੀਂ ਖਾਦਾਂ ਵੀ ਨਾਲ, ਜੇ ਨਰਸਰੀ ਹੈਗੀ ਤਾਂ ਅਗਲਾ ਕਹਿੰਦਾ ਵੀ ਸਾਨੂੰ ਉਹ ਵੀ ਦੇ ਦਿਓ। ਬਹੁਤ ਕੁਛ ਨਿਕਲਦਾ ਹੁੰਦਾ, ਹਜੇ ਬੜਾ ਨਿਕਲਿਆ, ਹਜੇ ਹੋਰ ਬੜਾ ਕੁਛ ਨਿਕਲੀ ਜਾਣਾ। ਅਤੇ ਇਹ ਜਦੋਂ ਇੰਟੈਗਰੇਟਿਡ ਮਾਡਲ ਦੀ ਖੂਬਸੂਰਤੀ ਹੈ, ਜਦੋਂ ਤੁਹਾਡੇ ਕੋਲ ਸਾਰਾ ਕੁਛ ਇਕੱਠਾ ਹੈ ਤਾਂ ਉਹਦੇ 'ਚ ਬਹੁਤ ਕੁਛ ਨਿਕਲਣਾ ਹੈ। ਤੁਸੀਂ ਮਾਡਲ ਦੇ ਆਪਦੀ ਸ਼ਖਸੀਅਤ 'ਚ ਕੀ ਬਦਲਾਅ ਕੀਤੇ ਜਿਹੜੇ ਤੁਸੀਂ ਸਟੇਬਲ ਰਹੇ? ਨਹੀਂ ਤਾਂ ਸਾਲ 6 ਮਹੀਨੇ ਬਾਅਦ ਏਸੀ ਕਮਰਿਆਂ ਨੂੰ ਦੁਬਾਰਾ ਭੱਜ ਜਾਣਾ ਸੀ ਕਾਲਾ ਕੋਟ ਪਾ ਕੇ ਤੁਸੀਂ। ਹਾਂ, ਮੈਂ ਭੱਜ ਜਾਣਾ ਸੀਗਾ, ਰਸਤਾ ਬਹੁਤ ਔਖਾ ਸੀਗਾ। ਇੱਕ ਤਾਂ ਜਿਹੜਾ ਸੀਗਾ ਇਸ ਸਮੇਂ ਦੇ ਦੌਰਾਨ ਮੈਂ ਆਪਣੇ ਆਪ ਦੇ ਵਿੱਚ ਜਿਹੜੀ ਚੇਂਜ ਮਹਿਸੂਸ ਕੀਤੀ ਹੈ ਕਿ ਮੈਂ ਬਹੁਤ ਮਟੀਰੀਅਲਿਸਟਿਕ ਲਾਈਨ ਦੇ ਵਿੱਚੋਂ ਆਇਆ ਹੋਇਆ ਬੰਦਾ ਸੀ, ਜਿਹੜਾ ਹਰ ਚੀਜ਼ ਨੂੰ ਪੈਸੇ ਦੀ ਨਿਗਾਹ ਨਾਲ ਹੀ ਦੇਖਦਾ ਸੀਗਾ ਕਿ ਪੈਸਾ ਹੈ ਤਾਂ ਸਭ ਕੁਛ ਹੈ, ਜੇ ਤੁਹਾਡੇ ਕੋਲ ਪੈਸਾ ਸਭ ਕੁਛ ਹੈ। ਪਰ ਜਦੋਂ ਇੱਥੇ ਆਇਆ, ਇੱਥੇ ਆ ਕੇ ਬਿਲਕੁਲ ਨਜ਼ਰੀਆ ਚੇਂਜ ਹੋ ਗਿਆ ਕਿ ਪੈਸਾ ਸਭ ਕੁਛ ਨਹੀਂ ਹੈ। ਤੁਹਾਡੇ ਮਨ ਦੀ ਸ਼ਾਂਤੀ ਹੈ, ਤੁਹਾਨੂੰ ਖੁਸ਼ੀ ਕਿਵੇਂ ਮਿਲਦੀ ਹੈ। ਲਾਈਫ ਬੰਦੇ ਦੀ ਬੜੀ ਸ਼ਾਰਟ ਜੀ ਹੈ, ਤੁਸੀਂ ਕਿਸੇ ਨੂੰ ਹਰਟ ਨਾ ਕਰੋ। ਤੁਹਾਡੇ ਸ਼ਬਦਾਂ ਦੇ ਨਾਲ ਕਿਸੇ ਨੂੰ ਦੁੱਖ ਨਹੀਂ ਪਹੁੰਚਣਾ ਚਾਹੀਦਾ। ਤੁਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਤੁਹਾਨੂੰ ਉਹਨੂੰ ਗਮ ਦੇਣ ਦਾ ਵੀ, ਦੁੱਖ ਦੇਣ ਦਾ ਵੀ ਕੋਈ ਰਾਈਟ ਨਹੀਂ ਹੈਗਾ। ਤਾਂ ਇੱਥੇ ਆ ਕੇ ਤੁਹਾਡਾ ਸਾਦਗੀ ਦੇ ਵਿੱਚ ਰਹਿਣਾ, ਡਾਕਟਰ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਾਦਗੀ ਤੁਹਾਡੇ ਗਹਿਣਾ ਹੈ, ਸਾਦਗੀ ਤੁਹਾਡੀ ਭਾਸ਼ਾ ਦੇ ਵਿੱਚ, ਸਾਦਗੀ ਤੁਹਾਡੇ ਖਾਣੇ ਦੇ ਵਿੱਚ, ਤੁਹਾਡੇ ਰਹਿਣ ਸਹਿਣ ਦੇ ਵਿੱਚ, ਇਹ ਤੁਹਾਡਾ ਗਹਿਣਾ ਹੈ। ਤਾਂ ਉਹ ਇੱਥੇ ਆ ਕੇ ਮਹਿਸੂਸ ਕੀਤਾ। ਇੱਥੇ ਆ ਕੇ ਹੁਣ ਲੱਗਦਾ ਕੋਈ ਪੈਸੇ ਦੀ ਬਾਹਲੀ ਲੋੜ ਨਹੀਂ ਹੈ। ਜੇ ਤੁਸੀਂ ਵਧੀਆ ਆਰਾਮ ਦੀ ਜ਼ਿੰਦਗੀ ਜਿਉਣੀ ਹੈਗੀ ਹੈ, ਸ਼ਾਂਤੀ ਦੀ ਜ਼ਿੰਦਗੀ ਜਿਉਣੀ ਹੈ, ਤਾਂ ਤੁਹਾਨੂੰ ਪੈਸਾ ਨਹੀਂ ਹੈ। ਪੈਸੇ ਦੇ ਨਾਲ ਤੁਸੀਂ ਸੁੱਖ ਸਹੂਲਤਾਂ ਤਾਂ ਲੈ ਸਕਦੇ ਹੋ, ਪੈਸੇ ਦੇ ਨਾਲ ਤੁਸੀਂ ਖੁਸ਼ ਹੋਵੋ ਇਹ ਜ਼ਰੂਰੀ ਨਹੀਂ ਹੈਗਾ। ਤੁਸੀਂ ਇੱਕ ਥੋੜ੍ਹੀ ਜਿਹੀ ਗੱਲ ਹੋਰ ਸਾਈਡ ਨੂੰ ਹੋ ਜਾਊਗੀ। ਜੇ ਤੁਸੀਂ ਹੈਪੀਨੈਸ ਦੀ ਗੱਲ ਕਰੋ, ਖੁਸ਼ੀ ਦੀ ਗੱਲ ਕਰੋ, ਤਾਂ ਤੁਸੀਂ 3 ਤਰ੍ਹਾਂ ਦੇ ਬੰਦਿਆਂ ਨੂੰ ਕੰਪੇਅਰ ਕਰੋ। ਇੱਕ ਬੰਦਾ ਜਿਹੜਾ ਰਾਜਸਥਾਨ ਦੇ ਵਿੱਚ ਟਿੱਬਿਆਂ 'ਤੇ ਰਹਿੰਦਾ, ਜਿਹਦੇ ਕੋਲੇ ਲਾਈਟ ਨਹੀਂ ਗਈ, ਜਿਹਦੇ ਕੋਲੇ ਹਜੇ ਤੱਕ ਪਾਣੀ ਨਹੀਂ ਗਿਆ, ਸੜਕ ਨਹੀਂ ਗਈ, ਟਿੱਬਿਆਂ 'ਤੇ ਝੌਂਪੜੀ ਬਣਾ ਕੇ ਬੈਠਾ ਹੈਗਾ। ਇੱਕ ਬੰਦਾ ਇੱਥੇ ਸਾਡੇ ਪਿੰਡ ਸੋਹਣਗੜ੍ਹ ਦੇ ਵਿੱਚ ਰਹਿੰਦਾ ਹੈਗਾ, ਇੱਕ ਬੰਦਾ ਅਮਰੀਕਾ ਦੇ ਵਿੱਚ ਰਹਿੰਦਾ ਹੈਗਾ। ਹੁਣ ਤਿੰਨਾਂ ਦੇ ਕੋਲੇ ਜੇ ਸੁੱਖ ਸਹੂਲਤਾਂ ਦੀ ਗੱਲ ਕਰੀਏ, ਉਹਦੇ ਕੋਲ ਤਾਂ ਵਿਚਾਰੇ ਕੋਲੇ ਲਾਈਟ ਵੀ ਹੈ ਨਹੀਂ। ਮੇਰੇ ਕੋਲ ਇੱਥੇ ਲਾਈਟ ਤਾਂ ਹੈਗੀ ਹੈ, ਮੇਰੇ ਕੋਲੇ ਗੱਡੀ ਵੀ ਹੈਗੀ ਚੜ੍ਹਨ ਵਾਸਤੇ। ਜੇ ਇੱਕ ਅਮਰੀਕਾ ਦੇ ਵਿੱਚ ਰਹਿਣ ਵਾਲੇ ਬੰਦੇ ਕੋਲੇ ਉਦੋਂ ਵੀ ਜ਼ਿਆਦਾ ਸੁੱਖ ਸਹੂਲਤਾਂ ਨੇ। ਪਰ ਜੇ ਹੁਣ ਹੈਪੀਨੈਸ ਦੀ ਗੱਲ ਕਰੀਏ, ਖੁਸ਼ੀ ਦੀ ਗੱਲ ਕਰੀਏ, ਨੀਂਦ ਸਭ ਤੋਂ ਵਧੀਆ ਕਿਹਨੂੰ ਆਉਂਦੀ ਹੈ? ਤਾਂ ਉਹ ਬੰਦਾ ਹੈ ਜਿਹੜਾ ਝੌਂਪੜੀ ਦੇ ਵਿੱਚ ਬੈਠਾ ਹੈ। ਤਾਂ ਤੁਸੀਂ ਖੁਸ਼ੀ ਜਿਹੜੀ ਹੈਗੀ ਆ ਉਹ ਸੁੱਖ ਸਹੂਲਤਾਂ ਦੇ ਸਾਧਨਾਂ ਨਾਲ ਨਹੀਂ ਆਉਂਦੀ। ਖੁਸ਼ੀ ਦਾ ਤੁਹਾਨੂੰ ਜਿਹੜੀ ਹੈਗੀ ਹੈ ਮਿਨੀਮਲਿਸਟ ਹੋਣ ਦੇ ਵਿੱਚ ਹੈ। ਜਿੰਨਾ ਤੁਹਾਡੇ ਕੋਲੇ ਥੋੜ੍ਹਾ ਹੈ, ਥੋੜ੍ਹੇਪਣ 'ਚ ਹੈ ਖੁਸ਼ੀ। ਤਾਂ ਜਿੰਨਾ ਘੱਟ ਹੈ ਤੁਹਾਡੇ ਕੋਲੇ, ਉਹਦੇ ਵਿੱਚ ਖੁਸ਼ੀ ਹੈ। ਘਰ ਦੇ ਮੰਨ ਗਏ ਵੀ ਹੁਣ ਸਾਡਾ ਮੁੰਡਾ ਸਹੀ ਰਾਹ ਪੈ ਗਿਆ? ਹਾਂ, ਬਹੁਤ ਤਕਲੀਫਾਂ ਆਈਆਂ, ਬੜਾ ਕਠਿਨ ਰਸਤਾ ਸੀਗਾ। ਉਹ ਮੈਂ ਕਾਫੀ ਵਾਰੀ ਤੋਂ ਪਹਿਲਾਂ ਗੱਲਾਂ ਕਰ ਚੁੱਕਿਆ ਹੈਗਾ। ਬਹੁਤ ਨਹੀਂ, ਹੁਣ ਮੰਨ ਗਏ ਮੈਂ ਇੱਥੇ ਤੱਕ ਹੀ ਰਹੂੰਗਾ। ਹੁਣ ਠੀਕ ਹੈ, ਹੁਣ ਠੀਕ ਹੈ, ਹੁਣ ਸਭ ਕੁਝ ਠੀਕ ਹੈ। ਹੁਣ ਅਸੀਂ ਪਰਿਵਾਰ ਦੇ ਨਹੀਂ, ਆਲੇ ਦੁਆਲੇ ਕਹਿਣ ਲੱਗੇ ਵੀ ਆਪਣਾ ਹੀ ਬੰਦਾ ਉਹ। ਹਾਂ, ਹੁਣ ਸਭ ਠੀਕ ਹੈਗਾ। ਹਾਂ, ਜੇ ਪਹਿਲਾਂ ਤਾਂ ਕਹਿੰਦੇ ਸੀ ਵੀ ਹਿੱਲ ਗਿਆ। ਹਾਂ, ਪਹਿਲਾਂ ਕਹਿੰਦੇ ਹੁੰਦੇ ਸੀ ਹਿੱਲ ਗਿਆ, ਇਲਾਜ ਕਰਵਾ ਲਾ। ਤੇ ਹੁਣ ਠੀਕ ਹੈਗਾ। ਮੈਂ ਪਰਵਾਹ ਨਹੀਂ ਕੀਤੀ ਸੀ, ਪਹਿਲੇ ਦਿਨ ਵੀ ਨਹੀਂ ਕੀਤੀ ਸੀ, ਮੈਂ ਅੱਜ ਵੀ ਨਹੀਂ ਇਸ ਚੀਜ਼ ਨੂੰ ਨਹੀਂ ਲੈ ਕੇ ਨਹੀਂ ਚੱਲਦਾ। ਜਦੋਂ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ, ਤੁਸੀਂ ਚੱਲਣਾ ਕਿਸ ਰਸਤੇ ਨੂੰ ਹੈ। ਤੁਹਾਨੂੰ ਲੋਕ ਕੀ ਕਹਿੰਦੇ ਆ ਇਹ ਮੈਨੇ ਨਹੀਂ ਰੱਖਦਾ। ਮੈਂ ਜਦੋਂ ਵਕੀਲ ਸੀਗਾ ਤਾਂ ਉਦੋਂ ਸਭ ਲੋਕ ਲਈ ਮੈਂ ਚੰਗਾ ਸੀਗਾ, ਮੇਰੇ ਤੱਕ ਲੋੜ ਪੈ ਸਕਦੀ ਸੀਗੀ। ਜਦੋਂ ਵਕਾਲਤ ਛੱਡ ਕੇ ਖੇਤਾਂ 'ਚ ਆ ਗਿਆ ਤਾਂ ਲੋਕਾਂ ਦਾ ਨਜ਼ਰੀਆ ਬਦਲ ਗਿਆ ਕਿ ਹੁਣ ਤਾਂ ਵਕੀਲ, ਹੁਣ ਤਾਂ ਕਿਸਾਨ ਬਣ ਗਿਆ, ਹੁਣ ਤਾਂ ਕੰਮ ਦਾ ਨਹੀਂ ਰਹਿ ਗਿਆ। ਜਦੋਂ ਫਿਰ ਦੁਬਾਰਾ ਹੁਣ ਲੋਕ ਇੱਥੇ ਆਉਣ ਲੱਗ ਪਏ ਤੇ ਹੁਣ ਨਾ ਥੋੜ੍ਹਾ ਜਿਹਾ ਬਣ ਗਿਆ, ਫਿਰ ਸਾਡਾ ਆਪਣਾ ਹੀ ਬਣ ਜਾਂਦਾ ਹੈਗਾ। ਸੋ ਸਾਰਾ ਸਾਲ ਹੁਣ ਤੁਹਾਡੇ ਕੋਲ ਕੀ ਅਵੇਲੇਬਲ ਹੁੰਦਾ ਜੇ ਕਿਸੇ ਨੇ ਖਰੀਦਣਾ? ਫਰੂਟ ਸਾਡੇ ਕੋਲੇ ਸਾਰਾ ਸਾਲ ਚੱਲਦਾ ਰਹਿੰਦਾ, ਜੋ ਵੀ ਸੀਜ਼ਨਲ ਹੈਗਾ। ਜਿਹਦਾ ਸਾਈਜ਼, ਹੁਣ ਜਿਵੇਂ ਅਮਰੂਦ ਦਾ ਸੀਜ਼ਨ ਹੈਗਾ, ਤੁਹਾਨੂੰ ਅਸੀਂ ਹੁਣ ਅਮਰੂਦ ਖਵਾਵਾਂਗੇ। ਅਤੇ ਜਿਹਦਾ ਸੀਜ਼ਨ ਫਰੂਟ ਦਾ ਹੈਗਾ, ਫਰੂਟ ਚੱਲਦਾ ਰਹਿੰਦਾ। ਬਾਕੀ ਸਾਡੇ ਕੋਲੇ ਇੱਥੇ ਗੁੜ ਹੈਗਾ,
ਦਾਲਾਂ ਹੈਗੀਆਂ ਨੇ, ਜੋ ਸਾਡੀ ਪ੍ਰੋਡਿਊਸ ਹੈਗੀ ਹੈ, ਉਹ ਵੱਡੇ ਪੱਧਰ ਤੇ ਨਹੀਂ ਹੁੰਦੀ, ਥੋੜ੍ਹੀ ਹੁੰਦੀ ਹੈ। ਉਹ ਸਾਰਾ ਕੁਝ ਇੱਥੋਂ, ਸਾਡਾ ਸਮਾਨ ਅਸੀਂ ਇੱਥੋਂ ਸੇਲ ਕਰਦੇ ਹਾਂ। ਮੇਰੇ ਨਾਲ ਦੋ ਸਾਡੇ ਪਿੰਡ ਦੇ ਹੋਰ ਪਾਰਟਨਰ ਨੇ ਹੈਗੇ, ਗੁਰਬਾਜ ਹੈਗਾ ਸਰਕਾਰੀ ਵਕੀਲ, ਅਸ਼ੋਕ ਜੀ ਹੈਗੇ ਆ, ਉਹ ਵੀ ਥੋੜ੍ਹੇ ਥਾਂ 'ਚ ਕਰਦੇ ਨੇ, ਉਹਨਾਂ ਦੀ ਪ੍ਰੋਡਿਊਸ ਵੀ ਅਸੀਂ ਇੱਥੇ ਰੱਖਦੇ ਹੈਗੇ। ਮੈਂ ਕਿਵੇਂ ਮੰਨ ਲਾਂ ਤੁਹਾਡਾ ਸਾਰਾ ਕੁਝ ਕੁਦਰਤੀ ਹੈ ਜਾਂ ਇਹ ਆਰਗੈਨਿਕ ਹੈ? ਹਾਂ ਬਿਲਕੁਲ, ਤੁਹਾਡਾ ਵਧੀਆ ਸਵਾਲ ਹੈਗਾ। ਇਹ ਸਵਾਲ ਉਠਾਉਣਾ ਚਾਹੀਦਾ ਹੈ। ਇਹ ਜਦੋਂ ਵੀ ਕੰਜ਼ਿਊਮਰ ਹੈਗਾ ਨਹੀਂ, ਮੈਂ ਇੱਕ ਗਾਹਕ ਹਾਂ। ਹਾਂ ਬਿਲਕੁਲ, ਤੁਸੀਂ ਗਾਹਕ ਹੋ, ਤੁਹਾਨੂੰ ਇਹ ਸਵਾਲ ਉਠਾਉਣਾ ਚਾਹੀਦਾ ਹੈ। ਜਿਹੜਾ ਵੀ ਕੰਜ਼ਿਊਮਰ ਹੈਗਾ, ਜਦੋਂ ਉਹ ਐਸੇ ਸਵਾਲ ਉਠਾਉਂਦਾ ਨਾ, ਤਾਂ ਉਹ ਇੱਕ ਜਿਹੜਾ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਨੂੰ ਬੜੀ ਖੁਸ਼ੀ ਹੁੰਦੀ, ਜੈਨੂਅਨ ਕਿਸਾਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਵਾਲ ਉਠਾਵੇ। ਜਦੋਂ ਅਸੀਂ ਮਾਰਕੀਟਿੰਗ ਵਾਸਤੇ ਸ਼ੁਰੂ ਕੀਤਾ ਤਾਂ ਮੈਂ ਡਾਕਟਰ ਬੇਲਾ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਇਹਦੀ ਮਾਰਕੀਟਿੰਗ ਕਿੱਥੇ ਕਰਾਂਗੇ? ਤੇ ਅਸੀਂ ਮੁਕਤਸਰ ਸ਼ਹਿਰ ਦੇ ਵਿੱਚ ਇੱਥੋਂ 25 ਕਿਲੋਮੀਟਰ ਦੂਰ ਰਿਮੋਟ ਦੇ ਵਿੱਚ ਪੰਜਾਬ ਦੇ ਕੋਨੇ ਤੇ ਬੈਠਾ ਹੋਇਆ ਹਾਂ, ਤਾਂ ਅਸੀਂ ਇਸ ਵਾਸਤੇ ਮੇਰੇ ਫਾਰਮ ਤੋਂ ਕੌਣ ਲਊਗਾ, ਤੇ ਅਸੀਂ ਉੱਥੇ ਮਾਰਕੀਟਿੰਗ ਮੁਕਤਸਰ ਸ਼ੁਰੂ ਕਰਾਂਗੇ। ਤਾਂ ਡਾਕਟਰ ਬੇਲਾ ਕਹਿੰਦੇ ਕਿ ਨਹੀਂ ਭਾਈ, ਅਸੀਂ ਸ਼ਹਿਰ 'ਚ ਨਹੀਂ ਕਰਾਂਗੇ, ਅਸੀਂ ਫਾਰਮ ਤੋਂ ਹੀ ਸੇਲ ਕਰਾਂਗੇ। ਮੈਂ ਕਿਹਾ ਜੀ ਫਾਰਮ ਤੋਂ ਸੇਲ ਕਰਾਂਗੇ? ਉਹ ਕਹਿੰਦੇ ਹਾਂ। ਤਾਂ ਉਹ ਕਹਿੰਦੇ ਜੀ ਮੁਕਤਸਰ ਤੂੰ ਸ਼ਹਿਰ ਦੇ ਵਿੱਚ ਦੁਕਾਨ ਤੇ ਉੱਤੇ ਜਾ ਕੇ ਸਮਾਨ ਰੱਖੇਗਾ ਨਾ, ਬੜੀ ਸੋਹਣੀ ਪੈਕਿੰਗ ਕਰਕੇ, ਤੂੰ ਕਿਸੇ ਨੂੰ ਲੱਖ ਯਕੀਨ ਦਿਵਾਵੇਂ ਕਿ ਇਹ ਮੇਰੇ ਫਾਰਮ ਦਾ, ਕਿਸੇ ਨੇ ਯਕੀਨ ਨਹੀਂ ਕਰਨਾ। ਜਦੋਂ ਤੇਰੇ ਲੋਕ ਫਾਰਮ ਤੇ ਆਉਣਗੇ ਤਾਂ ਉਹਨੂੰ ਦਿਖੂਗਾ, ਸਾਹਮਣੇ ਬੋਲੂਗਾ, ਮਾਂ ਲੱਗੇ ਦਿਖਦੇ ਆ ਇੱਥੇ, ਠੀਕ ਹੈ, ਹਰ ਸਮਾਨ ਤੁਹਾਨੂੰ ਦਿਖੂਗਾ ਇੱਥੇ, ਤੁਹਾਨੂੰ ਖੇਤ ਦੇ ਵਿੱਚੋਂ ਬਾਇਓਡਾਇਵਰਸਿਟੀ ਦਿਖੂਗੀ। ਤਾਂ ਮੈਂ ਕੰਜ਼ਿਊਮਰ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਹਨੇ ਵੀ ਸਮਾਨ ਲੈਣਾ ਹੈ ਉਹ ਫਾਰਮ ਵਿਜ਼ਿਟ ਕਰਕੇ ਫਾਰਮ ਤੋਂ ਲੈਣ, ਫਾਰਮ ਦੇ ਉੱਤੋਂ ਜਾ ਕੇ ਉਹਨੂੰ ਤੁਹਾਨੂੰ ਮਿੱਟੀ ਦੀ ਮੁੱਠ ਭਰ ਕੇ ਦੇਖ ਲੈਣ, ਮਿੱਟੀ ਦੀ ਖੁਸ਼ਬੂ ਆਉਂਦੀ ਹੈ ਤਾਂ ਬੋਲੂਗੀ, ਉਹ ਕੁਝ ਵੀ ਲੋੜ ਨਹੀਂ, ਤੁਹਾਨੂੰ ਖੇਤ ਬੋਲੂਗਾ, ਖੇਤ ਦਿਖੂਗਾ। ਇੱਕ ਆਮ ਬੰਦੇ ਨੂੰ, ਇੱਕ ਕੰਜ਼ਿਊਮਰ, ਸਧਾਰਨ ਕੰਜ਼ਿਊਮਰ ਨੇ ਵੀ ਆਉਣਾ ਤਾਂ ਉਹਨੂੰ ਖੇਤ ਬੋਲੂਗਾ, ਦਿਖੂਗਾ ਉਹਨੂੰ। ਤਾਂ ਕੰਜ਼ਿਊਮਰ ਨੇ ਜਦੋਂ ਵੀ ਲੈਣਾ ਹੈਗਾ ਫਾਰਮ ਤੋਂ ਜਾ ਕੇ ਲਵੇ। ਆਪ ਦਾ ਜਿਹੜਾ ਨੁਕਤਾ ਹੈ ਉਹ ਤੁਸੀਂ ਟ੍ਰੇਨਿੰਗ ਦੇ ਜ਼ਰੀਏ ਲੋਕਾਂ ਤੱਕ ਪਸਾਰਾ ਕਰ ਰਹੇ ਹੋ? ਹਾਂ ਬਿਲਕੁਲ, ਮੇਰੇ ਗੁਰੂ ਡਾਕਟਰ ਬੇਲਾ ਦਾ ਸੁਪਨਾ ਸੀਗਾ ਕਿ ਅਸੀਂ ਇੱਕ ਅਲਟਰਨੇਟਿਵ ਮਾਡਲ ਦੀ ਖੋਜ ਕਰੀਏ, ਅਲਟਰਨੇਟਿਵ ਮਾਡਲ ਲੈ ਕੇ ਆਈਏ, ਬਦਲਵਾਂ ਮਾਡਲ। ਪਹਿਲਾਂ ਉਸ ਮਾਡਲ ਦੀ ਖੋਜ ਕਰੀਏ, ਫਿਰ ਉਸ ਮਾਡਲ ਨੂੰ ਸਪਰੈਡ ਕਰੀਏ। ਤਾਂ ਸਾਨੂੰ ਖੋਜ ਦਾ ਸਮਾਂ ਕਾਫੀ ਲੰਬਾ ਚੱਲ ਗਿਆ, 8 ਸਾਲ ਹੋ ਗਏ। ਹੁਣ ਅਸੀਂ ਉਹਨੂੰ ਸਪਰੈਡ ਤੇ ਲੱਗੇ ਹੋਏ ਹਾਂ। ਹਜੇ ਵੀ ਥੋੜ੍ਹੀਆਂ ਕਮੀਆਂ ਨੇ, ਹੋਰ ਨਿਖਾਰਨ ਦੀ ਲੋੜ ਹੈ, ਪਰ ਜੋ ਕੁਝ ਜਿੰਨਾ ਕੁ ਤਿਲਫੁਲ ਹੈ ਮੇਰੇ ਕੋਲੇ, ਮੈਨੂੰ ਇਹ ਕੋਸ਼ਿਸ਼ ਹੈਗੀ ਹੈ ਕਿ ਉਹ ਲੋਕਾਂ ਤੱਕ ਵੰਡਿਆ ਜਾਵੇ। ਕਿਉਂਕਿ ਗਿਆਨ, ਜਿਹੜੀ ਨੌਲੇਜ ਹੈ ਨਾ, ਇਹ ਮੇਰੀ ਕੋਈ ਖੋਜ ਨਹੀਂ ਹੈ, ਇਹ ਖੋਜ ਤਾਂ ਸਾਡੇ ਵਿਰਾਸਤ ਦੇ ਵਿੱਚੋਂ ਮਿਲੀ ਹੈਗੀ। ਮੈਂ ਤਾਂ ਉਹਨਾਂ ਨੂੰ ਇਕੱਠਾ ਕੀਤਾ ਹੈਗਾ। ਕੋਈ ਸਕਾਲਤ ਦੇ ਵਿੱਚ ਤਾਂ ਵਧੀਆ ਲਾਈਨ ਸੀਗੀ, ਤੇ ਇਹ ਤਾਂ ਸਾਡਾ ਨਜ਼ਰੀਆ ਹੈ ਦੇਖਣ ਦਾ, ਕਿਵੇਂ ਦੇਖਦੇ ਹਾਂ ਅਸੀਂ। ਤੁਹਾਡਾ ਪਿੰਡ ਬਹੁਤ ਦੂਰ ਹੈ, ਬਹੁਤ ਦੂਰ ਪੈ ਜਾਂਦਾ ਚੰਡੀਗੜ੍ਹ ਵਗੈਰਾ ਤੋਂ, ਤੇ ਕਾਮਯਾਬ ਹੋਏ ਆ ਪਿੰਡ ਲੋਕਾਂ ਨੂੰ ਬੁਲਾਉਣ 'ਚ? ਜਿਹੜੇ ਲੋਕ ਇੱਕ ਵਾਰੀ ਟੁੱਟ ਗਏ ਸੀ ਉਹ ਵਾਪਸ ਤੁਹਾਡੇ ਤੱਕ ਆਉਣ ਲੱਗੇ ਆ? ਹਾਂ ਨੈਚੁਰਲੀ, ਉਹ ਤਾਂ ਸਾਰਾ ਕੁਝ ਜਿਹੜਾ ਹੁਣ ਪੰਜਾਬ ਦੇ ਸਾਰੇ VIP ਦੀ ਗੱਲ ਕਰ ਲਈਏ, ਉਹ ਸਭ ਮੇਰੇ ਕੋਲ ਇੱਥੇ ਵਿਜ਼ਿਟ ਕਰਕੇ ਗਏ ਨੇ, ਸਭ ਨੇ ਦੇਖਿਆ ਹੈਗਾ। ਤੇ ਹੁਣ ਪਿੰਡ ਦੇ ਲੋਕ ਵੀ ਮੇਰੇ ਵਿਜ਼ਿਟ ਕਰਦੇ ਆ, ਸਾਰੇ ਆਉਂਦੇ ਹੈਗੇ, ਉਹਨਾਂ ਦੇ ਕੋਈ ਰਿਸ਼ਤੇਦਾਰ ਆਉਂਦੇ ਆ, ਉਹਨਾਂ ਨੂੰ ਲੈ ਕੇ ਨਾਲ ਆਉਂਦੇ ਨੇ ਮੇਰੇ ਕੋਲੇ ਫਾਰਮ ਦੇਖਣ ਵਾਸਤੇ, ਆਉਂਦੇ ਨੇ, ਸਭ ਕੁਝ ਹੁਣ ਠੀਕ ਹੈਗਾ, ਹੁਣ ਕੋਈ ਐਸੀ ਗੱਲਬਾਤ ਨਹੀਂ ਹੈ। ਅੱਛਾ, ਬਦਲ ਗਿਆ ਤਰੀਕਾ, ਸਾਰਾ ਕੁਝ ਬਦਲ ਗਿਆ। ਅਖੀਰ 'ਚ ਛੋਟੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਛੋਟੇ ਕਿਸਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ, ਸਾਨੂੰ ਕਿਚਨ ਗਾਰਡਨ ਦੇ ਰੂਪ ਦੇ ਵਿੱਚ ਇਹਨੂੰ ਸ਼ੁਰੂ ਕਰਨਾ ਚਾਹੀਦਾ ਹੈ ਜੀ। ਤੁਸੀਂ ਛੋਟੇ ਰਕਬੇ ਤੇ ਕਰ ਲਓ, ਮੈਂ ਕਹਿੰਦਾ 1 ਕਨਾਲ ਦੇ ਵਿੱਚ ਕਰ ਲਓ। 1 ਕਨਾਲ ਦੇ ਰਕਬੇ ਦੇ ਉੱਤੋਂ ਤੁਹਾਨੂੰ ਇੱਕ ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ 1 ਕਨਾਲ ਦੇ ਵਿੱਚ ਜੇਕਰ ਤੁਸੀਂ ਝੋਨੇ ਕਣਕ ਦੀ ਖੇਤੀ ਕਰਦੇ ਹੋ ਤਾਂ ਸਾਨੂੰ ਕਿੱਲੇ ਦੇ ਵਿੱਚੋਂ 80,000 ਰੁਪਇਆ ਬਚਦਾ ਹੈ, ਮੋਟੇ ਤੌਰ ਤੇ ਬਚਦਾ ਨਹੀਂ, ਚਲੋ ਮੰਨ ਲਿਆ ਬਚਦਾ। 1 ਕਨਾਲ ਦੇ ਵਿੱਚੋਂ ਤੁਹਾਨੂੰ 10,000 ਰੁਪਇਆ ਬਚਿਆ। ਤੁਸੀਂ ਜੇ ਝੋਨੇ ਕਣਕ ਦੀ ਖੇਤੀ 1 ਕਨਾਲ 'ਚ ਕਰਦੇ ਹੁੰਦੇ ਤਾਂ ਤੁਸੀਂ 10,000 ਰੁਪਇਆ ਵਟਣਾ ਸੀ ਬਾਜ਼ਾਰ ਨੂੰ ਸਮਾਨ ਵੇਚ ਕੇ, ਤੇ ਬਾਜ਼ਾਰ ਤੋਂ ਵਾਪਸ ਕਿੰਨੇ ਦਾ ਲੈ ਕੇ ਆਉਣਾ? ਤੁਸੀਂ ਹਰ ਰੋਜ਼ 100 ਰੁਪਏ ਦੀ ਸਬਜ਼ੀ, ਛੋਟੇ ਤੋਂ ਛੋਟਾ ਪਰਿਵਾਰ ਵੀ ਲੈਂਦਾ, ਮਹੀਨੇ ਦਾ 3,000 ਦਾ, ਸਾਲ ਦੀ 36,000 ਦੀ। 36,000 ਦੀ ਸਬਜ਼ੀ ਤੁਸੀਂ ਜ਼ਹਿਰ ਵਾਲੀ ਬਾਜ਼ਾਰ ਤੋਂ ਲੈ ਕੇ ਆਉਣੀ ਸੀ ਤੇ 10,000 ਦਾ ਸਮਾਨ ਦੇਣਾ ਸੀਗਾ। 26,000 ਦੇ ਲਾਸ ਦੇ ਵਿੱਚ ਸੀਗੇ ਤੁਸੀਂ। ਜੇ ਤੁਸੀਂ ਉਹੀ 1 ਕਨਾਲ ਦੇ ਵਿੱਚ ਤੁਸੀਂ ਆਪਣੀਆਂ ਸਬਜ਼ੀਆਂ ਉਗਾਓ ਤਾਂ ਤੁਹਾਡਾ ਕਿੰਨਾ ਫਾਇਦਾ ਹੋ ਸਕਦਾ ਹੈ? ਤੁਸੀਂ 36,000 ਦੀ ਸਬਜ਼ੀ ਜਿਹੜੀ ਹੈਗੀ ਹੈ, ਉਹ ਤਾਂ ਆਪਣੇ ਵਾਸਤੇ ਕਨਾਲ ਦੇ ਵਿੱਚ ਤੁਸੀਂ ਕੁਛ ਨਾ ਕੁਛ ਵੇਚ ਵੀ ਸਕਦੇ ਹੋ, ਆਰਾਮ ਨਾਲ ਤੁਹਾਡਾ ਸਰ ਜਾਣਾ। ਤਾਂ ਤੁਸੀਂ ਕਿਚਨ ਗਾਰਡਨ ਦੇ ਰੂਪ ਦੇ ਵਿੱਚ ਛੋਟੇ ਪੱਧਰ ਤੇ ਕੰਮ ਸ਼ੁਰੂ ਕਰੋ। ਤੁਹਾਨੂੰ ਕੁਦਰਤ ਨੇ ਸਿਖਾਉਣਾ ਹੈ, ਸਾਨੂੰ ਖੇਤੀ ਨੇ ਆਪੇ ਹੀ ਸਿਖਾਉਣਾ ਹੈ। ਜੋ ਤੁਸੀਂ ਖੇਤ ਦੇ ਵਿੱਚ ਰਹਿੰਦੇ ਹੋ, ਤੁਹਾਡੀ ਹਾਜ਼ਰੀ ਉੱਥੇ ਹੈਗੀ ਹੈ, ਤਾਂ ਤੁਹਾਨੂੰ ਖੇਤ ਸਿਖਾਓ। ਲੋਕ ਕਹਿੰਦੇ ਉਜਾੜਾ ਬਹੁਤ ਹੁੰਦਾ, ਆਂਢ ਗੁਆਂਢ ਪੱਟ ਕੇ ਲੈਣ, ਵਧੀਆ ਬਹਾਨਾ ਹੈ। ਬਹਾਨਾ ਉਹ ਤਾਂ ਸੌਖਾ ਹੈ ਨਾ। ਅਸੀਂ ਕਿਰਤ ਨਾਲੋਂ ਟੁੱਟ ਗਏ, ਕੰਮ ਨਹੀਂ ਕਰਨਾ ਚਾਹੁੰਦੇ, ਤਾਂ ਉਹ ਸਾਨੂੰ ਸੌਖਾ ਬਹਾਨਾ ਹੈਗਾ। ਹੁਣ ਕੈਮੀਕਲ ਖੇਤੀ ਕਰਦੇ ਹੁੰਦੇ ਤਾਂ ਕੰਮ ਹੀ ਨਹੀਂ ਹੈਗਾ। ਕੈਮੀਕਲ ਖੇਤੀ ਦੇ ਵਿੱਚ ਤਾਂ ਮਹੀਨਾ ਲਾ ਲਓ, ਮਹੀਨਾ ਹਾੜੀ, ਮਹੀਨਾ ਸੌਣੀ ਗਾਮਾ, ਬਾਕੀ ਸਮਾਂ ਤਾਂ ਕੰਮ ਹੀ ਹੈ ਨਹੀਂ। ਆਖਰੀ ਸਵਾਲ ਹੈ ਮੇਰਾ, ਵੀ ਤੁਹਾਡੇ ਕੋਲੇ ਬਹੁਤ ਵਿਸ਼ੇਸ਼ ਕੀ ਹੈ ਤੁਹਾਡੇ ਖੇਤ 'ਚ, ਬਹੁਤ ਵਿਸ਼ੇਸ਼, ਜਿਹਨੂੰ ਯੂਨੀਕ ਕਹਿ ਸਕਦੇ? ਯੂਨੀਕ ਮੇਰੀ ਬਾਇਓਡਾਇਵਰਸਿਟੀ ਹੈ, ਜਿਹਦੀ ਬਾਇਓਡਾਇਵਰਸਿਟੀ ਤੇ ਕੰਮ ਕੀਤਾ ਹੈਗਾ। ਤੁਸੀਂ ਹੁਣ ਜਿਹੜੀ ਟ੍ਰੇਨਿੰਗ ਵਾਲਾ ਪਾਰਟ ਆਪਣਾ ਰਹਿ ਗਿਆ ਸੀ,
ਟ੍ਰੇਨਿੰਗ ਕਿਸ ਤਰ੍ਹਾਂ ਹੀ ਦਿੰਦੇ ਹੋ, ਕਿਸ ਤਰ੍ਹਾਂ, ਕਿਉਂਕਿ ਇਹ ਚੀਜ਼ਾਂ ਦਾ ਪਸਾਰਾ ਬਹੁਤ ਜ਼ਰੂਰੀ ਹੈ। ਟ੍ਰੇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ 1 ਡੇ ਟ੍ਰੇਨਿੰਗ ਸਟਾਰਟ ਕੀਤੀ ਸੀ। 1 ਡੇ ਟ੍ਰੇਨਿੰਗ ਦੇ ਵਿੱਚ ਕੋਈ ਜ਼ਿਆਦਾ ਗੱਲਬਾਤ ਹੋ ਨਹੀਂ ਸਕਦੀ, ਤੁਸੀਂ ਬੇਸਿਕ ਜਿਹਾ ਦੱਸ ਸਕਦੇ ਹੋ ਕਿ ਇਸ ਮਾਡਲ ਦੀ ਜ਼ਰੂਰਤ ਕਿਉਂ ਹੈ, ਉਹ ਸਾਰਾ ਮਾਡਲ ਕੀ ਹੈ ਉਹਦੇ ਬਾਬਤ ਨਹੀਂ ਹੋ ਸਕਦੀ। ਫਿਰ ਅਸੀਂ ਇੱਕ 5 ਡੇ ਟ੍ਰੇਨਿੰਗ ਸਟਾਰਟ ਕੀਤੀ ਹੈ। 5 ਡੇ ਟ੍ਰੇਨਿੰਗ ਦੇ ਵਿੱਚ ਅਸੀਂ ਟੋਟਲ 6 ਟ੍ਰੇਨੀ ਲੈਣੇ ਹੈਗੇ ਆ, ਜਿਹੜੇ ਰੈਜ਼ੀਡੈਂਸ਼ੀਅਲ ਸਾਡੇ ਕੋਲ ਸਟੇ ਦਾ ਪ੍ਰਬੰਧ 6 ਜਣਿਆਂ ਦਾ, ਤੇ ਨਾਨ ਰੈਜ਼ੀਡੈਂਸ਼ੀਅਲ 6 ਜਣੇ ਉਹ ਹੈਗੇ ਆ। ਤਾਂ ਉਹ 12 ਕੁ ਬੰਦਿਆਂ ਦੀ ਅਸੀਂ ਇੱਕ 5 ਡੇ ਕਲਾਸ ਲਾਉਂਦੇ ਹੈਗੇ, 5 ਦਿਨਾਂ ਦੀ ਉਹ 5 ਡੇ ਟ੍ਰੇਨਿੰਗ ਹੈਗੀ ਹੈ, ਜਿਹਦੇ ਵਿੱਚ ਟੋਟਲ ਸਾਰੇ ਕਨਸੈਪਟ ਦੀ ਗੱਲ ਕਰਦੇ ਆ। ਲੋਕਾਂ ਦੀ ਪਲਾਂਟੇਸ਼ਨ ਕਿਵੇਂ ਕਰਨੀ ਹੈ, ਕ੍ਰੌਪ ਰੋਟੇਸ਼ਨ ਤੁਹਾਡਾ ਕਿਵੇਂ ਹੋਣਾ ਚਾਹੀਦਾ ਹੈਗਾ, ਟੋਟਲ ਸਾਰਾ ਕਨਸੈਪਟ, ਉਹਦੀ ਸਟੋਰੇਜ, ਮਾਰਕੀਟਿੰਗ ਵਗੈਰਾ ਸਭ ਕੁਝ। ਤਾਂ ਉਹਦੇ ਵਿੱਚ ਅਸੀਂ ਉਹਦੀ ਡੇਟ ਮੈਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ, ਇੱਕ ਸਾਡਾ ਪੇਜ ਵੀ ਹੈਗਾ ਸੋਨਗੜ੍ਹ ਨੈਚੁਰਲ ਫਾਰਮ ਦਾ, ਉਸ ਪੇਜ ਦੇ ਉੱਪਰ ਮੈਂ ਐਡਵਾਂਸ ਦੇ ਵਿੱਚ ਪਾ ਦਿੰਦਾ ਹੈਗਾ। ਫਿਰ ਅਸੀਂ ਉਹ ਰਜਿਸਟਰ ਕਰ ਲੈਂਦੇ ਹੈਗੇ ਆ। ਤਾਂ ਉਹ ਸਾਨੂੰ ਇੱਥੇ ਰਹਿਣ ਦੇ ਕੁਛ ਰਿਸੋਰਸ ਪਰਸਨ ਅਸੀਂ ਬਾਹਰ ਤੋਂ ਵੀ ਬੁਲਾਉਂਦੇ ਹਾਂ ਟ੍ਰੇਨਿੰਗ ਵਾਸਤੇ, ਉਹ ਸਾਡਾ ਉਹ ਖਰਚਾ ਵੀ ਆਉਂਦਾ ਹੈਗਾ। ਤੇ ਰਹਿਣ ਰੂਣ ਦਾ ਖਰਚਾ ਅਸੀਂ 5000 ਰੁਪਏ ਇੱਕ ਟ੍ਰੇਨੀ ਤੋਂ ਚਾਰਜ ਕਰਦੇ ਹੈਗੇ, ਉਹਦਾ ਫੂਡ ਦਾ ਤੇ ਰਹਿਣ ਦਾ ਚਾਰਜਿਸ। ਠੀਕ ਹੈ, ਹਾਂ 5 ਦਿਨਾਂ ਦਾ। ਤੇ ਉਹਦੇ ਵਿੱਚ ਅਸੀਂ ਹਰ ਮਹੀਨੇ ਇੱਕ ਹੀ ਟ੍ਰੇਨਿੰਗ ਲਾਉਂਦੇ ਹਾਂ। ਤੇ ਹੁਣ ਸਾਡਾ ਇੱਕ ਟ੍ਰੇਨਿੰਗ ਹਾਲ ਇੱਥੇ ਬਣ ਰਿਹਾ ਹੈਗਾ, ਉਹ ਬਿਲਡਿੰਗ ਡਬਲ ਸਟੋਰੀ ਬਿਲਡਿੰਗ ਹੈਗੀ ਹੈ। ਉਹ ਜਦੋਂ ਬਣ ਜਾਂਦੀ ਹੈ ਫਿਰ ਉਹਨੂੰ ਅਸੀਂ ਵੱਡੇ ਪੱਧਰ ਤੇ ਕੰਮ ਕਰਾਂਗੇ। ਇਹ ਡਾਕਟਰ ਬੇਲਾ ਦਾ ਸੁਪਨਾ ਸੀਗਾ ਕਿ ਅਸੀਂ ਇਸ ਮਾਡਲ ਨੂੰ ਸਪਰੈਡ ਕਰਨਾ ਹੈ ਤੇ ਟ੍ਰੇਨਿੰਗ ਵੱਡੇ ਪੱਧਰ ਤੇ ਇਹਨੂੰ ਕੰਮ ਨੂੰ ਫੈਲਾਉਣਾ ਹੈ। ਤਾਂ ਉਸ ਨੂੰ ਅਸੀਂ ਹੁਣ ਜਿਵੇਂ ਸਾਡਾ ਟ੍ਰੇਨਿੰਗ ਹਾਲ ਬਣ ਜਾਂਦਾ ਹੈ, ਫਿਰ ਅਸੀਂ ਉਹ ਬਿਲਡਿੰਗ ਨੂੰ ਬਣਨ ਤੋਂ ਬਾਅਦ ਫਿਰ ਇਹਨੂੰ ਵੱਡੇ ਪੱਧਰ ਤੇ ਇਹਨੂੰ ਸਪਰੈਡ ਕਰਾਂਗੇ। ਗੁਸਤਾਖੀ ਹੈ ਮੈਂ ਪੁੱਛਣ ਤੋਂ ਬਾਅਦ ਅਖੀਰਲਾ ਮੇਰੇ ਇੱਕ ਮਨ 'ਚ ਹੋਰ ਹੈ ਵੀ ਕਲੀਅਰ ਕਰ ਲੈਣਾ ਚਾਹੁੰਦਾ ਜੀ। ਤੁਹਾਨੂੰ ਕਦੇ ਨਹੀਂ ਲੱਗਦਾ ਕਿ ਤੁਸੀਂ ਹੁਣ ਪਿੱਛੇ ਜਾਓਗੇ ਜਾਂ ਇਹ ਮਾਡਲ ਤੁਹਾਨੂੰ ਪਿੱਛੇ ਲੈ ਜਾਊਗਾ? ਤੁਹਾਨੂੰ ਲੱਗਦਾ ਹੈ ਭਵਿੱਖ ਸੁਨਹਿਰਾ ਹੈ, ਉੱਤਮ ਖੇਤੀ ਹੈ? ਹਾਂ ਬਿਲਕੁਲ, ਇੱਥੇ ਆਉਣਾ ਹੀ ਪੈਣਾ ਹੈ, ਹੋਰ ਕੋਈ ਰਸਤਾ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਇਹ ਰਸਤਾ ਬਹੁਤ ਔਖਾ ਹੈ ਪਰ ਹੋਰ ਕੋਈ ਰਸਤਾ ਨਹੀਂ ਹੈ। ਜੇ ਕੋਈ ਸੌਖਾ ਰਸਤਾ ਹੋਵੇ ਮੈਂ ਕਹਿ ਦਿਆਂ ਕਿ ਯਾਰ ਇਸ ਰਸਤੇ ਸਾਡਾ ਪਾਣੀ ਮੁੱਕ ਰਿਹਾ ਹੈ, ਸਾਡੀ ਸੋਇਲ ਜਿਹੜੀ ਹੈਗੀ ਹੈ ਉਹ ਖਤਮ ਹੋ ਜਾ ਰਹੀ ਹੈ, ਬੰਜਰ ਹੋਣ ਵੱਲ ਜਾ ਰਹੀ ਹੈ, ਹੋਰ ਕੋਈ ਰਸਤਾ ਹੀ ਨਹੀਂ ਹੈ। ਕੋਈ ਰਸਤਾ ਨਹੀਂ ਤੁਹਾਡੇ ਕੋਲ ਬਚਣ ਦਾ, ਇੱਕ ਹੀ ਰਸਤਾ ਹੈ। ਔਖਾ ਹੈ, ਬਹੁਤ ਔਖਾ ਹੈ। ਜਦੋਂ ਤੁਸੀਂ ਗੱਲ ਕਰਦੇ ਹੋ, ਜਦੋਂ ਕਿਸੇ ਨੂੰ ਕਹਿੰਦੇ ਆ ਕੁਦਰਤੀ ਖੇਤੀ ਕਰ ਲਾ, ਲੋਕ 100 ਉਂਗਲਾਂ ਉਠਾਉਂਦੇ ਆ ਕਿ ਇਹਦੇ ਬਰਾਬਰ ਝਾੜ ਨਹੀਂ ਆਉਂਦਾ। ਬਹੁਤ ਸੌਖੀਆਂ ਨੇ ਉਂਗਲਾਂ ਉਠਾਉਣੀਆਂ, ਪਰ ਉਹ ਉਦੋਂ ਪਤਾ ਲੱਗੂ ਨਾ ਜਿੱਦਣ ਦੂਜਾ ਮਾਡਲ ਫੇਲ ਹੋ ਗਿਆ। ਤੇ ਤਿਆਰੀ ਹੈ ਫੇਲ ਹੋਣ ਦੀ, ਤਿਆਰੀ ਹੈ ਜਮਾ। ਹੁਣ ਬਹੁਤ ਤੁਹਾਡੇ ਗੇਟ 'ਚ ਖੜੀ ਆ ਕੇ ਦਰਵਾਜ਼ਾ ਤੁਹਾਡਾ ਖੜਕਾ ਰਹੀ ਹੈ, ਤੁਹਾਡੀ ਜ਼ਮੀਨ ਬੰਜਰ ਹੋਣ ਦੇ ਕਿਨਾਰੇ ਤੇ ਪਹੁੰਚ ਗਈ, ਤੁਹਾਡਾ ਪਾਣੀ ਮੁੱਕ ਚੱਲਿਆ, ਕੋਈ ਰਸਤਾ ਨਹੀਂ ਹੈ ਤੁਹਾਡੇ ਕੋਲੇ ਹੋਰ, ਇੱਕ ਹੀ ਮਾਤਰ ਰਸਤਾ ਇਹੀ ਬਚਦਾ ਹੈ। ਔਖਾ ਸੌਖਾ ਜਿਵੇਂ ਮਰਜ਼ੀ ਹੈ, ਇਸੇ ਰਸਤੇ ਤੇ ਤੁਰਨਾ ਹੀ ਪੈਣਾ ਹੈ। ਬਹੁਤ ਚੰਗਾ ਲੱਗਾ ਗੱਲਬਾਤ ਕਰਕੇ। ਥੈਂਕ ਯੂ। ਟਾਈਮ ਦਿੱਤਾ, ਬਹੁਤ ਸ਼ੁਕਰੀਆ। ਥੈਂਕ ਯੂ।